ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅੰਤ ਨ ਪਾਵਤ ਦੇਵ ਸਭੈ ਮੁਨਾ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛੱਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਚੋਤ ਅਰਜੁਨ ਮਾਹਿ ਤਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਚੋਤ ਅਰਜੁਨ ਮਾਹਿ ਤਰੀ। ਸ਼ਬਦ ਗੁਰੂ ਬਾਣੀ ਕੇ ਬੋਹਿਤ रूहानियत के मुजस्मे आबे हयात दीन दुनिया के दाते दीन दुनिया के रक्षक साहिब श्री गुरु ग्रंथ साहिब जी की पावन पवित्र मुकद्दस मुबारक गोद अंदर धन धन श्री गुरु अर्जन देव पातशाह जी के शहीदी दिहाड़े नूं मुख रखदियां होया आ बड़े लंमेरे वक्त तो एकाग्र मन दे नाल गुर दरबार विच जुड़ चुके हो। साहिब जीओ ने किरपा कीती है अपनियां विचारां करवाउण लई इस पावन अवसर ते दासरे दी झोली च समा बख्शिया है। साहिब जीओ किरपा करन आप वरत के अपनियां विचारां आप करवा लैण। विचारां दी आरंभता तो पहला कोई भी रसना वांझी ना रहे। अदब प्यार सत्कार सहित फतेह प्रवान करो जी। आखो जी वाहिगुरु जी का खालसा वाहिगुरु जी की फतेह। मनुख संसार विच धर्म कमाउण आउंदा है। जदों धर्म कमाउण संसार विच आउंदा है ते संसार दी माया पिछे विखिया पिछे इन्हां पदार्थां पिछे लग के जिहड़ा अपने जीवन का मकसद है वो अक्सर भुल जाया करदा है। संसार दे कारो विहार जदों दी सृष्टि पैदा हुई है उसे दिन तो ही मनुख संसार विच आ रहा है ते जदों ही संसार विच आया ते पदार्थवादी होके निरंकार नूं भुल गया। फिर परमात्मा ने भी किरपा की है मनुख नूं धर्म सिखाण वास्ते जीवन जाच सिखाण वास्ते अलग अलग समय च भिजियां रूहां नूं संसार विच परमात्मा घल्लदा रहा। लेकिन जिमें जिमें समा रफ्तार फड़दा गया भी जिहड़े संसार विच पीर पैदा होए ने फकीर पैदा होए ने साध पैदा होए ने उन्हां जिथे संसार नूं सेध देनी सी उह सेध देण दी बजाय आप जंगलां विच बैठ गए ने। समा चलदा गया। अखीर लमेरे वक्त तो बाद
ਇਸ ਸੰਸਾਰ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੁੰਦਾ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਨੂੰ ਤੱਕਦੇ ਨੇ, ਇੱਕ ਗੱਲ ਨੋਟ ਕਰਦੇ ਨੇ ਵੀ ਇਹ ਕਾਰਜ ਕੋਈ 10 ਸਾਲ 20 ਸਾਲ ਜਾਂ 30 ਸਾਲਾਂ ਵਿੱਚ ਪੂਰਾ ਨਹੀਂ ਹੋ ਸਕਦਾ, ਇਹਨੂੰ ਲੰਮੇਰਾ ਵਕਤ ਚਾਹੀਦਾ। 10 ਸਾਲਾਂ ਵਿੱਚ 20 ਸਾਲਾਂ ਵਿੱਚ ਇਹ ਕਾਰਜ ਨੂੰ ਫਤਿਹ ਨਹੀਂ ਕੀਤਾ ਜਾ ਸਕਦਾ। ਇਹ ਤੇ ਕਰਨਾ ਇਉਂ ਪੈਣਾ ਵੀ ਮਨੁੱਖ ਦੇ ਨਾਲ ਰਹਿ ਕੇ, ਇਹਦੇ ਨਾਲ ਜੀਵਨ ਨੂੰ ਬਤੀਤ ਕਰਕੇ ਇਹਨੂੰ ਸਮਝਾਉਣਾ ਪੈਣਾ ਵੀ ਸੰਸਾਰ ਕੀ ਹੈ ਤੇ ਨਿਰੰਕਾਰ ਕੀ ਹੈ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ 10 ਜਾਮੇ ਅਖਤਿਆਰ ਕੀਤੇ ਨੇ, 10 ਜਾਮੇ ਧਾਰਨ ਕੀਤੇ ਨੇ, ਤੇ 10 ਜਾਮਿਆਂ ਵਿੱਚ ਅਲੱਗ-ਅਲੱਗ ਰੂਪ ਵਿੱਚ, ਅਲੱਗ-ਅਲੱਗ ਸਿਧਾਂਤਾਂ ਦੇ ਨਾਲ, ਅਲੱਗ-ਅਲੱਗ ਕੌਤਕਾਂ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ ਵੀ ਸੰਸਾਰ ਆਏ ਤੇ ਨਿਰੰਕਾਰ ਆਇਆ। ਇਹਨਾਂ ਵਿੱਚੋਂ ਇੱਕ ਪੰਚਮ ਜਾਮਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ, ਜਿਨ੍ਹਾਂ ਦੇ ਇਤਿਹਾਸ ਦੀ ਵਿਚਾਰ ਇਸ ਵਕਤ ਆਪ ਜੀ ਨਾਲ ਕਰਨੀ ਹੈ। ਸਨ 1563 ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਨਮ ਹੁੰਦਾ ਹੈ ਗੋਇੰਦਵਾਲ ਸਾਹਿਬ, ਧੰਨ ਗੁਰੂ ਰਾਮਦਾਸ ਜੀ ਦੇ ਘਰ ਅਤੇ ਮਾਤਾ ਭਾਨੀ ਜੀ ਦੀ ਕੁੱਖੋਂ। ਇੱਕ ਗੱਲ ਮੈਂ ਆਰੰਭ ਤੋਂ ਹੀ ਐਡ ਕਰਦੇ ਹਾਂ, ਘਰਾਂ ਵਿੱਚ ਛੋਟੇ ਛੋਟੇ ਬੱਚੇ ਨੇ, ਆਪਾਂ ਗ੍ਰਸਥ ਜੀਵਨ ਵਾਲੇ ਹਾਂ, ਛੋਟੇ ਬੱਚਿਆਂ ਦਾ ਸੁਭਾਅ ਵੇਖ ਕੇ ਅਕਸਰ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਵੀ ਵੱਡਾ ਹੋ ਕੇ ਇਹ ਆਹ ਕੁਛ ਬਣ ਸਕਦਾ। ਜਿਵੇਂ ਦੇ ਬੱਚੇ ਦੇ ਕਰਮ ਨੇ, ਜਿਵੇਂ ਦਾ ਬੱਚਾ ਸੋਚੇਗਾ, ਜੋ ਕੁਛ ਕਰੇਗਾ, ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਵੀ ਬੱਚਾ ਜੀਵਨ ਵਿੱਚ ਆਹ ਕੁਛ ਕਰ ਸਕਦਾ। ਇੱਕ ਮੈਂ ਬੇਨਤੀ ਹੋਰ ਨਾਲ ਇੱਥੇ ਕਰਦਾ, ਜਦੋਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਵਿੱਚ ਆਏ ਨੇ, ਉਸ ਵਕਤ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਉਮਰ ਸੀ 28 ਸਾਲ। ਉਸ ਤੋਂ ਪਹਿਲਾਂ ਜਿੰਨੇ ਵੀ ਕਾਰਜ ਕੀਤੇ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ, ਤੀਰਥਾਂ ਤੇ ਯਾਤਰਾ ਕੀਤੀਆਂ ਨੇ, ਮਾਤਾ ਦੀ ਭੇਟਾਂ ਗਾਈਆਂ ਨੇ, ਕਹਿਣ ਦਾ ਭਾਵ ਵੀ ਕਰਮ ਕਾਂਡ ਕਰਦੇ ਗਏ ਨੇ। 28 ਸਾਲ ਦੀ ਉਮਰ ਵਿੱਚ ਆ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਗੋਦ ਵਿੱਚ ਬੈਠੇ ਨੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਲਗਭਗ 62 ਸਾਲ ਦੀ ਉਮਰ ਵਿੱਚ ਇਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਗੋਦ ਵਿੱਚ ਆਏ ਨੇ। 62 ਸਾਲ ਦੀ ਉਮਰ ਤੋਂ ਪਹਿਲਾਂ ਜਿੰਨੇ ਵੀ ਕਾਰਜ ਕੀਤੇ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਮੈਨੂੰ ਮਾਫ ਕਰਨਾ, ਤੀਰਥਾਂ ਤੇ ਯਾਤਰਾ ਕੀਤੀਆਂ ਨੇ, ਜਾਂ ਇਹ ਕਹਿ ਲਈ ਵੀ ਕਰਮ ਕਾਂਡ ਕੀਤੇ ਨੇ। 62 ਸਾਲ ਦੀ ਉਮਰ ਵਿੱਚ ਗੋਦ ਵਿੱਚ ਆਏ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਸ ਵਕਤ ਤੀਜੇ ਪਾਤਸ਼ਾਹ ਦੀ ਗੋਦ ਵਿੱਚ ਆਏ ਨੇ, ਉਸ ਵਕਤ ਪੰਘੂੜੇ ਵਿੱਚੋਂ ਨਿਕਲ ਕੇ ਬਚਪਨ ਦੀ ਅਵਸਥਾ ਦੇ ਵਿੱਚ ਸਨ, ਜਿਹਦਾ ਆਪਾਂ ਜ਼ਿਕਰ ਕਰਨੇ ਵੀ ਘੁੰਗਣੀਆਂ ਵੇਚਿਆ ਕਰਦੇ ਸਨ, ਵੀ ਪੰਘੂੜਾ ਛੱਡ ਚੁੱਕੇ ਸਨ, ਬਚਪਨ ਦੀ ਅਵਸਥਾ ਵਿੱਚ ਆ ਚੁੱਕੇ ਸਨ। ਲੇਕਿਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਐਸੀ ਸ਼ਖਸੀਅਤ ਤੇ ਮੂਰਤ ਸਨ ਜਿਨ੍ਹਾਂ ਬਾਰੇ ਭੱਟ ਸਾਹਿਬਾਨ ਬਚਨ ਲਿਖਦੇ ਨੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਯਾਦ ਰੱਖਿਆ ਜੇ ਜਦੋਂ ਜਨਮ ਹੋਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ, ਗੋਦ ਕਿਹਦੀ ਮਾਣੀ ਹੈ? ਧੰਨ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਨਾਨੇ ਜੀ ਦੀ ਗੋਦ ਵਿੱਚ ਬਹਿ ਕੇ ਗੁਰਬਾਣੀ ਦੀ ਗੁੜਤੀ ਲਈ ਹੈ। ਆਪਣੇ ਪਿਤਾ ਨੂੰ ਸਿਰ ਤੇ ਟੋਕਰੀਆਂ ਢਾਉਂਦੇ ਵੇਖਿਆ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆਪਣੇ ਪਿਤਾ ਵਿੱਚ ਇੱਕ ਸੇਵਕ ਦਾ ਰੂਪ ਵੇਖਿਆ ਤੇ ਆਪਣੀ ਮਾਤਾ ਬੀਬੀ ਭਾਨੀ ਨੂੰ ਇੱਕ ਹੁਕਮ ਮੰਨਣ ਵਾਲੀ ਮੂਰਤ ਦੇ ਰੂਪ ਵਿੱਚ ਵੇਖਿਆ। ਇਹ ਜੀਵਨ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਖੈਰ, ਮੈਂ ਵਿਚਾਰ ਨੂੰ ਬਿਲਕੁਲ ਸੰਖੇਪ ਵਿੱਚ ਰੱਖਣਾ, ਸਮਾਂ ਸੀਮਿਤ ਹੈ। ਤੀਜੇ ਪਾਤਸ਼ਾਹ ਤੋਂ ਗੁਰਤਾ ਗੱਦੀ ਪਹੁੰਚ ਗਈ ਹੈ ਚੌਥੇ ਪਾਤਸ਼ਾਹ ਤੱਕ, ਗੁਰੂ ਰਾਮਦਾਸ ਪਾਤਸ਼ਾਹ ਤੱਕ। ਹੁਣ ਹਰ ਕਿਸੇ ਦਾ ਆਪਣਾ ਆਪਣਾ ਅੰਦਾਜ਼ਾ ਹੈ, ਤੇ ਇੱਕ ਗੱਲ ਸੁਭਾਵਕ ਹੈ ਨਾ, ਜਿਹੜਾ ਪ੍ਰਾਣੀ, ਜਿਹੜਾ ਰਿਸ਼ਤੇਦਾਰ ਸਾਡੇ ਮਨ ਨੂੰ ਚੰਗਾ ਨਹੀਂ ਲੱਗਦਾ, ਭਾਵੇਂ ਉਹ ਸਾਡੇ ਕੋਲ ਬੈਠ ਕੇ ਕਿੰਨੀਆਂ ਵੀ ਗੱਲਾਂ ਕਿਉਂ ਨਾ ਕਰੀ ਜਾਏ, ਭਾਵੇਂ ਸਲਾਹਾਂ ਦੇਈ ਜਾਏ ਵੀ ਤੂੰ ਇਦਾਂ ਨਹੀਂ, ਇਸ ਤਰ੍ਹਾਂ ਕਰ ਲੈ, ਆਹ ਕੰਮ ਕਰ ਲੈ, ਜਿਹੜਾ ਸਾਡੇ ਮਨ ਨੂੰ ਢੁੱਕਦਾ ਨਹੀਂ ਨਾ, ਚੰਗਾ ਨਹੀਂ ਲੱਗਦਾ, ਆਪਾਂ ਉਹਦੀ ਗੱਲ ਕਦੀ ਨਹੀਂ ਮੰਨਦੇ।
ਜੇ ਬੱਚਾ ਸਕੂਲ ਵਿੱਚ ਪੜ੍ਹਨੇ ਜਾਏਗਾ, ਜੇ ਟੀਚਰ ਨਹੀਂ ਚੰਗਾ ਲੱਗਦਾ, ਸਮਝ ਨਹੀਂ ਆਉਂਦੀ, ਬੱਚਾ ਸਾਰੀ ਉਮਰ ਪੜ੍ਹ ਸਕਦਾ ਹੀ ਨਹੀਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ 3 ਸਪੁੱਤਰ ਸਨ, ਬਾਬਾ ਪ੍ਰਿਥਵੀ ਚੰਦ, ਮਹਾਦੇਵ ਤੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ। ਮੈਂ ਫਿਰ ਬੇਨਤੀ ਕਰਾਂ ਵੀ ਆਪਣੀ ਸੁਰਤ ਇੱਥੇ ਰੱਖਿਓ। ਜਿਹੜੇ ਵੱਡੇ ਸਪੁੱਤਰ ਪ੍ਰਿਥਵੀ ਚੰਦ ਸਨ, ਉਹਨਾਂ ਦਾ ਸੁਭਾਅ ਸੀ ਮਾਇਆਧਾਰੀ, ਘਰ ਦੇ ਲੰਗਰ ਨੂੰ ਸਾਂਭਣਾ, ਰਸਦ ਪਾਣੀ ਨੂੰ ਸਾਂਭਣਾ, ਸਾਰਾ ਜਿੰਨਾ ਵੀ ਜੋ ਵੀ ਕਾਰਜ ਸੀ ਗੁਰੂ ਘਰ ਦਾ ਉਹ ਸਾਰਾ ਸਾਂਭਿਆ ਕਰਦੇ ਸਨ। ਲੇਕਿਨ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਵਿੱਚ ਗੁਰੂ ਨਹੀਂ ਸਨ ਵੇਖਦੇ, ਸਿਰਫ ਆਪਣਾ ਪਿਤਾ ਵੇਖਦੇ ਸਨ, ਗੁਰੂ ਨਹੀਂ ਸਨ ਸਮਝਦੇ। ਤੇ ਵਿਚਲੇ ਪੁੱਤਰ ਮਹਾਦੇਵ, ਉਹਨਾਂ ਤੇ ਘਰ ਹੀ ਤਿਆਗਿਆ ਸੀ, ਬ੍ਰਹਮਚਾਰੀ ਹੋ ਗਏ, ਸਾਧੂ ਉਦਾਸੀ ਹੋ ਗਏ। ਉਹਨਾਂ ਨੇ ਵੀ ਆਪਣਾ ਗੁਰੂ ਰਾਮਦਾਸ ਜੀ ਦੇ ਵਿੱਚੋਂ ਪਿਤਾ ਵੇਖਿਆ, ਗੁਰੂ ਨਹੀਂ ਵੇਖਿਆ। ਲੇਕਿਨ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜੀਵਨ ਦੀ ਗੱਲ ਆਉਂਦੀ ਹੈ, ਇਹਨਾਂ ਨੇ ਆਪਣੀ ਸਮੁੱਚੇ ਜੀਵਨ ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਵਿੱਚੋਂ ਪਿਤਾ ਨਹੀਂ ਵੇਖਿਆ, ਸਿਰਫ ਗੁਰੂ ਦੇ ਦਰਸ਼ਨ ਕੀਤੇ ਨੇ। ਇਤਿਹਾਸ ਆਪ ਬੋਲਦਾ ਹੈ, ਅੱਜ ਸਮਾਂ ਆਇਆ ਇਸੇ ਪ੍ਰੀਖਿਆ ਤੇ ਖਰਾ ਉਤਰਨ ਦਾ ਵੀ ਕਿਹੜਾ ਸ਼ਖਸ, ਕਿਹੜਾ ਪੁੱਤਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਪਿਤਾ ਦੇ ਰੂਪ ਵਿੱਚ ਵੇਖਦਾ ਤੇ ਕਿਹੜਾ ਪੁੱਤਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰੂ ਦੇ ਰੂਪ ਵਿੱਚ ਵੇਖਦਾ। ਅੱਜ ਸਮਾਂ ਆਇਆ ਇਸੇ ਪ੍ਰੀਖਿਆ ਦਾ। ਦਰਬਾਰ ਸਜਿਆ, ਲਾਹੌਰ ਤੋਂ ਸਿਹਾਰੀ ਮੱਲ ਆ ਗਿਆ। ਜਦੋਂ ਸਿਹਾਰੀ ਮੱਲ ਪਹੁੰਚਿਆ, ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਲਾਦਰੀ ਵਿੱਚੋਂ ਸੀ। ਜਦੋਂ ਦਰਬਾਰ ਵਿੱਚ ਪਹੁੰਚਿਆ, ਸਿਹਾਰੀ ਮੱਲ ਕਹਿਣ ਲੱਗਾ, ਪਾਤਸ਼ਾਹ ਵੀ ਸਾਡੇ ਕੋਲ ਇੱਕ ਗਲਤੀ ਹੋ ਗਈ ਹੈ ਵੀ ਜਦੋਂ ਤੁਹਾਡੇ ਮਾਤਾ ਪਿਤਾ ਚੜ੍ਹਾਈ ਕਰ ਗਏ, ਤੁਹਾਨੂੰ ਨਾਨੀ ਨੇ ਪਾਲਿਆ, ਤੁਸੀਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ, ਇੰਨੀ ਗਰੀਬੀ ਵਿੱਚ ਖਾਣ ਨੂੰ ਪਦਾਰਥ ਨਹੀਂ ਸਨ, ਪਹਿਨਣ ਵਾਸਤੇ ਕੱਪੜਾ ਨਹੀਂ ਸੀ, ਵੀ ਪਾਤਸ਼ਾਹ ਅਸੀਂ ਤੁਹਾਡੀ ਬਾਂਹ ਨਹੀਂ ਫੜੀ, ਇਹ ਕਲੰਕ ਸਾਡੇ ਮੱਥੇ ਤੇ ਸਾਰੀ ਉਮਰ ਰਹੇਗਾ, ਤੁਹਾਨੂੰ ਸਾਂਭਿਆ ਨਹੀਂ। ਪਰ ਪਾਤਸ਼ਾਹ ਇੱਕ ਕਿਰਪਾ ਕਰੋ, ਜੇ ਤੁਸੀਂ ਚਾਹੁੰਦੇ ਹੋ ਵੀ ਸਾਡੇ ਮੱਥੇ ਤੋਂ ਕਲੰਕ ਲੱਥ ਜਾਏ, ਵੀ ਮੇਰੇ ਪੁੱਤਰ ਦੀ ਸ਼ਾਦੀ ਹੈ, ਮੇਰੇ ਘਰ ਵਿੱਚ ਪਹੁੰਚੋ, ਸਾਡੇ ਮੱਥੇ ਤੋਂ ਕਲੰਕ ਲੱਥ ਜਾਏਗਾ, ਵੀ ਇਹ ਕਹਿਣਗੇ ਵੀ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੀ ਬਲਾਦਰੀ ਨੂੰ ਮਾਫ ਕਰ ਦਿੱਤਾ। ਚੌਥੇ ਗੁਰਦੇਵ ਕਹਿਣ ਲੱਗੇ ਵੀ ਸਿਹਾਰੀ ਮੱਲ ਮੈਂ ਨਹੀਂ ਜਾ ਸਕਦਾ ਤੇਰੇ ਬੇਟੇ ਦੀ ਸ਼ਾਦੀ 'ਚ, ਜੇ ਮੈਂ ਗਿਆ ਲੜਕੀ ਵਾਲਿਆਂ ਤੇ ਭਾਰ ਪਵੇਗਾ, ਸੰਗਤਾਂ ਹੋਰ ਆਉਣਗੀਆਂ, ਪਦਾਰਥ ਰਾਸ਼ਨ ਪਾਣੀ ਲੰਗਰ ਤਿਆਰ ਕਰਨਾ ਪਏਗਾ, ਮੈਂ ਨਹੀਂ ਚਾਹੁੰਦਾ ਵੀ ਭਾਰ ਪਵੇ, ਵੀ ਮੈਂ ਨਹੀਂ ਜਾ ਸਕਦਾ। ਸਿਹਾਰੀ ਮੱਲ ਕਹਿਣ ਲੱਗਾ ਵੀ ਪਾਤਸ਼ਾਹ ਇਵੇਂ ਨਾ ਕਰੋ, ਵੀ ਕਿਸੇ ਨਾ ਕਿਸੇ ਨੂੰ ਪਰਿਵਾਰ ਵਿੱਚੋਂ ਭੇਜ ਦਿਓ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਵੀ ਹਾਂ ਇਵੇਂ ਕਰ ਸਕਣੇ ਆ, ਵੀ ਮੈਂ ਆਪਣੇ ਪੁੱਤਰਾਂ ਨੂੰ ਭੇਜ ਸਕਣਾ ਵਾ, ਕਿਸੇ ਇੱਕ ਪੁੱਤਰ ਨੂੰ। ਕਹਿਣ ਲੱਗੇ ਠੀਕ ਹੈ। ਹੁਣ ਪ੍ਰੀਖਿਆ ਦਾ ਸਮਾਂ ਵੀ ਕਿੰਨੇ ਆਪਣੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਵਿੱਚੋਂ ਪਿਤਾ ਵੇਖਿਆ ਤੇ ਕਿਸ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਵਿੱਚੋਂ ਗੁਰੂ ਵੇਖਿਆ। ਵੱਡੇ ਬੇਟੇ ਨੂੰ ਸੱਦਿਆ ਪ੍ਰਿਥਵੀ ਚੰਦ ਨੂੰ। ਦਤਾਰ ਪਿਤਾ ਕਹਿਣ ਲੱਗੇ ਚੌਥੇ ਗੁਰਦੇਵ ਬੇਟਾ ਤੁਸੀਂ ਘਰ ਦੇ ਵੱਡੇ ਹੋ, ਜੇਠਾ ਪੁੱਤਰ ਹੋ, ਇਸ ਤਰ੍ਹਾਂ ਕਰੋ ਵੀ ਸਿਹਾਰੀ ਮੱਲ ਆਏ ਨੇ, ਤੁਸੀਂ ਚਲੇ ਜਾਓ, ਇਹਨਾਂ ਦੀ ਬੇਟੀ ਦੀ ਸ਼ਾਦੀ ਆ, ਤੁਹਾਡਾ ਫਰਜ਼ ਬਣਦਾ, ਆਪਾਂ ਨਹੀਂ ਜਾ ਸਕਦੇ। ਪ੍ਰਿਥਵੀ ਚੰਦ ਕਹਿਣ ਲੱਗਾ ਪਿਤਾ ਜੀ ਵੀ ਠੀਕ ਤੇ ਹੈ, ਇੱਥੇ ਲੰਗਰ ਚੱਲ ਰਿਹਾ ਹੈ, ਰਸਦਾਂ ਆ ਰਹੀਆਂ ਨੇ, ਮਾਇਆ ਆ ਰਹੀ ਹੈ, ਮਾਇਆ ਦਾ ਹਿਸਾਬ ਕਿਤਾਬ ਰੱਖਣਾ ਹੈ, ਨਾਲੇ ਵਿਆਹ ਤੇ ਜਾਣਾ ਵਿਹਲੇ ਬੰਦਿਆਂ ਦਾ ਕੰਮ ਹੁੰਦਾ ਹੈ, ਜਿਹੜਾ ਕਾਰੋ ਵਿਹਾਰ ਵਾਲਾ ਬੰਦਾ ਹੈ ਜਿਹਨੇ ਆਪਣਾ ਘਰ ਸੰਭਿਆ ਉਹਦਾ ਟਾਈਮ ਕਿੱਥੇ, ਵੀ ਮੈਂ ਨਹੀਂ ਵਿਆਹ ਤੇ ਜਾ ਸਕਦਾ, ਕਿਸੇ ਹੋਰ ਨੂੰ ਕਹਿ ਦਿਓ ਵੀ ਜੇ ਮੈਂ ਵਿਆਹ ਤੇ ਚਲਾ ਗਿਆ ਵੀ ਲੰਗਰ ਕੌਣ ਸੰਭੇਗਾ, ਰਸਦਾਂ ਕੌਣ ਸੰਭੇਗਾ, ਮਾਇਆ ਕੌਣ ਨੋਟ ਕਰੇਗਾ, ਹਿਸਾਬ ਕਿਤਾਬ ਕੌਣ ਰੱਖੇਗਾ, ਸਾਰਾ ਸਿਸਟਮ ਵਿਗੜ ਜਾਏਗਾ, ਮੇਰੇ ਕੋਲ ਟਾਈਮ ਨਹੀਂ। ਪ੍ਰਿਥਵੀ ਚੰਦ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਚ ਗੁਰੂ ਨਹੀਂ ਵੇਖਿਆ, ਪਿਤਾ ਵੇਖਦਿਆਂ ਹੋਇਆਂ ਜਵਾਬ ਦੇ ਗਏ ਨੇ ਵੀ ਮੈਂ ਤੇ ਜਾ ਹੀ ਨਹੀਂ ਸਕਦਾ। ਪਾਤਸ਼ਾਹ ਕਹਿਣ ਲੱਗੇ ਠੀਕ ਹੈ ਬੇਟਾ, ਜਿਵੇਂ ਤੁਹਾਡੀ ਮਰਜ਼ੀ ਹੈ। ਹੁਣ ਵਿਚਲੇ ਪੁੱਤਰ ਬਾਬਾ ਮਹਾਦੇਵ ਨੂੰ ਸੱਦਿਆ, ਕਹਿਣ ਲੱਗੇ ਬੇਟਾ ਪ੍ਰਿਥਵੀ ਚੰਦ ਨਹੀਂ ਜਾ ਰਿਹਾ, ਵੀ ਤੁਸੀਂ ਜਾਓ। ਤੇ ਜਿਹੜੇ ਮਹਾਦੇਵ ਸਨ ਉਹ ਸੰਨਿਆਸੀ ਉਦਾਸੀ ਸਨ, ਉਹਨਾਂ ਸ਼ਾਦੀ ਨਹੀਂ ਸੀ ਕਰਵਾਉਣੀ, ਸੰਸਾਰ ਵੱਲੋਂ ਉਪਰਾਮ ਸਨ। ਬਾਬਾ ਮਹਾਦੇਵ ਕਹਿਣ ਲੱਗੇ ਵੀ ਬਾਬਾ ਜੀ, ਪਿਤਾ ਜੀ, ਜਦੋਂ ਤੁਸੀਂ ਗਰੀਬ ਸੋ, ਘੁੰਗਣੀਆਂ ਵੇਚਦੇ ਸੋ, ਖਾਣ ਨੂੰ ਪਦਾਰਥ ਤੇ ਪਹਿਨਣ ਨੂੰ ਕੱਪੜਾ ਨਹੀਂ ਸੀ, ਉਦੋਂ ਤੁਹਾਡੀ ਇਹਨਾਂ ਨੇ ਬਾਂਹ ਨਹੀਂ ਫੜੀ,
ਤੇ ਅੱਜ ਗੁਰਤਾ ਗੱਦੀ ਦੇ ਮਾਲਕ ਬਣ ਗਏ ਹੋ, ਤੇ ਇਹ ਆਪਣੇ ਲਾਲਚ ਨੂੰ ਵੇਖਦਿਆਂ ਹੋਇਆਂ, ਵਡਿਆਈ ਨੂੰ ਵੇਖਦਿਆਂ ਹੋਇਆਂ ਵੀ ਤੁਹਾਡੇ ਦਰ ਤੇ ਆ ਕੇ ਬਹਿ ਗਏ ਨੇ। ਇਹ ਕਿਹੋ ਜਿਹੀ ਰਿਸ਼ਤੇਦਾਰੀ ਹੈ ਵੀ ਔਖੇ ਵੇਲੇ ਬਾਂਹ ਨਹੀਂ ਫੜੀ ਤੇ ਅੱਜ ਤੁਹਾਡੇ ਪਿੱਛੇ ਪਿੱਛੇ ਲਗੇ ਫਿਰਦੇ ਨੇ? ਕਿਉਂ ਤੁਸੀਂ ਗੁਰਤਾ ਗੱਦੀ ਦੇ ਵਾਰਸ ਬਣ ਗਏ ਹੋ? ਪਿਤਾ ਜੀ ਮੈਂ ਤੇ ਜਾ ਹੀ ਨਹੀਂ ਸਕਦਾ। ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤਾ ਲਿਖਦੇ ਨੇ, ਸੁਣਕਰ ਬੋਲੇ ਮਸਟ ਸੁਭਾਉ ਕੋਟ ਬੰਧੂ ਕਿਸਕੇ ਹਮ ਜਾਉ। ਵੀ ਇੱਥੇ ਕਰੋੜਾਂ ਰਿਸ਼ਤੇਦਾਰੀਆਂ ਨੇ, ਮੈਨੂੰ ਕੀ ਲੋੜ ਹੈ ਜਾਣ ਦੀ? ਮੈਂ ਤੇ ਵਿਆਹ ਹੀ ਨਹੀਂ ਕਰਾਣਾ। ਨਾ ਹਮਰੀ ਕਿਸ ਸਾਥ ਚਲਾਰੀ, ਨਾ ਚਾਹੂੰ ਹਮ ਕਰਨਾ ਗਾਰੀ। ਵੀ ਮੈਨੂੰ ਇਹੋ ਜਿਹੇ ਸਾਥ ਦੀ ਲੋੜ ਨਹੀਂ ਵੀ ਜਿਹੜਾ ਔਖੇ ਵੇਲੇ ਭੱਜ ਜਾਂਦਾ ਹੈ ਤੇ ਜਦੋਂ ਤਖਤਾਂ ਤੇ ਬਹਿ ਜੀ ਰਿਸ਼ਤੇਦਾਰ ਸਾਰੇ ਆ ਜਾਂਦੇ ਨੇ। ਵੀ ਪਾਸ਼ਾ ਮੈਂ ਤੇ ਜਾ ਹੀ ਨਹੀਂ ਸਕਦਾ। ਮਾਂ ਦੇਵ ਵੀ ਚਲੇ ਗਿਆ। ਇਹਨਾਂ ਨੇ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਵਿੱਚੋਂ ਗੁਰੂ ਨਹੀਂ ਵੇਖਿਆ, ਸਿਰਫ ਪਿਤਾ ਵੇਖਿਆ। ਹੁਣ ਸਭ ਤੋਂ ਛੋਟੇ ਬੇਟੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆਵਾਜ਼ ਮਾਰੀ ਹੈ, ਕਹਿਣ ਲੱਗੇ ਬੇਟਾ ਵੀ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਜਾਓ। ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀ ਕਿਹਾ? ਪਿਤਾ ਨਹੀਂ ਵੇਖਿਆ, ਗੁਰੂ ਕਿਹਾ, ਤੇ ਗੁਰੂ ਤੇ ਦਰਸ਼ਨ ਕੀਤੇ ਨੇ। ਸੂਰਜ ਪ੍ਰਕਾਸ਼ ਗ੍ਰੰਥ ਦਾ ਕਰਤਾ ਲਿਖਦਾ ਹੈ, ਪਿਤਾ ਗੁਰੂ ਕੇ ਸੁਣ ਪਰਵਾਨੇ, ਹਾਥ ਜੋਰ ਕਰ ਬਾਖ ਬਖਾਨੇ। ਇਹ ਤੋਂ ਕਾਜ ਸੁਗਮ ਹੈ ਮੋਹੇ ਤਾਹਾਂ ਬਿਠਾਓ ਜਹਾਂ ਆਨੰਦ ਹੋਏ। ਪਿਤਾ ਜੀ ਤੇ ਕੰਮ ਹੀ ਕੱਖ ਨਹੀਂ ਗਈ ਤੇ ਵਿਆਹ ਤੇ ਜਾਣਾ, ਇਹ ਕੋਈ ਗੱਲਾਂ ਚੋਂ ਗੱਲ ਹੈ? ਤੁਸੀਂ ਹੁਕਮ ਕਰੋ, ਮੈਂ ਹੁਣੀ ਜਾਣਾ ਵਾ। ਤੇ ਅੱਗੇ ਜਿਹੜੇ ਬਚਨ ਗਏ ਨੇ ਵੀ ਅੱਜ ਪੱਲੇ ਨਾਲ ਬੰਨ ਕੇ ਲੈ ਜਾਇਓ ਘਰ। ਕਹਿਣ ਲੱਗੇ ਜਿਹ ਜਾਵਨ ਮੈਂ ਜੀਵਨ ਸੰਸੈ, ਹੋਏ ਐਸ ਤੁਮ ਹੋਏ ਨਿਸੰਗੈ। ਵੀ ਪਾਤਸ਼ਾਹ ਵੀ ਜਿਹੜੀ ਜਗ੍ਹਾ ਤੇ ਜਾਏ ਪਿੱਛੇ ਮੇਰੀ ਜਾਨ ਨੂੰ ਵੀ ਖਤਰਾ ਹੋਏ ਨਾ, ਤੇ ਜੇ ਤੁਸੀਂ ਹੁਕਮ ਕਰ ਦਿਓ ਮੈਂ ਉਸੇ ਜਗ੍ਹਾ ਜਾਣ ਨੂੰ ਵੀ ਤਿਆਰ ਹਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਮੈਨੂੰ ਗੁਰਬਾਣੀ ਦੀ ਪੰਕਤੀ ਯਾਦ ਆ ਗਈ, ਮੈਂ ਤੁਹਾਡੀ ਝੋਲੀ ਵਿੱਚ ਪਾਉਂਦਾ ਚੱਲਾਂ। ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੇ। ਵੀ ਜੋ ਗੁਰੂ ਆਖਦਾ ਨਾ ਸਤ ਕਰਕੇ ਮੰਨ ਲੈ। ਤੇ ਪਾਤਸ਼ਾਹ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਤੂੰ ਗੁਰੂ ਦਾ ਹੁਕਮ ਮੰਨ। ਸਿੱਖ ਦੀ ਤੇ ਗੱਲ ਬੜੀ ਦੂਰ ਹੈ ਵੀ ਜੇ ਤੂੰ ਗੁਰੂ ਦਾ ਹੁਕਮ ਮੰਨਣਾ ਨਾ ਤੇ ਗੁਰੂ ਤੇ ਇੱਥੋਂ ਤੱਕ ਦਿਆਲ ਹੋ ਸਕਦਾ ਵੀ ਤੈਨੂੰ ਆਪਣਾ ਪੁੱਤਰ ਵੀ ਬਣਾਉਣ ਨੂੰ ਤਿਆਰ ਹੈ। ਸੋ ਸਿੱਖ ਸਖਾ ਬੰਧਵ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਵੀ ਗੁਰੂ ਤੇ ਤੈਨੂੰ ਆਪਣਾ ਪੁੱਤਰ ਬਣਾਉਣ ਲਈ ਤਿਆਰ ਹੈ, ਗੁਰੂ ਤੇ ਤੈਨੂੰ ਆਪਣਾ ਰਿਸ਼ਤੇਦਾਰ ਬਣਾਉਣ ਲਈ ਤਿਆਰ ਹੈ, ਗੁਰੂ ਤੇ ਤੈਨੂੰ ਆਪਣਾ ਸੱਜਣ ਬਣਾਉਣ ਲਈ ਤਿਆਰ ਹੈ। ਬਸ ਸ਼ਰਤ ਇਹ ਹੈ ਵੀ ਤੂੰ ਗੁਰੂ ਦਾ ਹੁਕਮ ਮੰਨ ਲੈ। ਖੈਰ ਮੈਂ ਸਮੇਂ ਵਿੱਚ ਰਵਾਂ। ਦਤਾਰ ਪਿਤਾ ਲਾਹੌਰ ਚਲੇ ਗਏ, ਲੇਕਿਨ ਲਾਹੌਰ ਜਾਣ ਤੋਂ ਪਹਿਲਾਂ ਜਦੋਂ ਮਾਤਾ ਭਾਨੀ ਨੇ ਸਮਾਨ ਪੈਕ ਕੀਤਾ ਤੇ ਮਾਤਾ ਜੀ ਨੇ ਇੱਕ ਗੱਲ ਕੰਨ ਵਿੱਚ ਕਹਿ ਦਿੱਤੀ, ਬੇਟਾ ਇੱਕ ਗੱਲ ਧਿਆਨ ਰੱਖੀ, ਜਦੋਂ ਤੱਕ ਤੇਰੇ ਪਿਤਾ ਤੈਨੂੰ ਵਾਪਸ ਬੁਲਾਣ ਨਾ ਉਦੋਂ ਤੱਕ ਆਈ ਨਾ। ਹੁਕਮ ਹੋਇਆ ਤੇ ਵਾਪਸ ਫੇਰ ਆਈ। ਖੈਰ ਲਾਹੌਰ ਚਲੇ ਗਏ ਨੇ। ਸ਼ਾਦੀ ਹੋ ਗਈ ਸੀ ਹਾਰੀ ਮਲ ਦੇ ਪੁੱਤਰ ਦੀ, ਸਾਰਾ ਕਾਜ ਸਾਰੇ ਸਭ ਕੁਝ ਹੋ ਗਿਆ, ਲੇਕਿਨ ਹੁਕਮ ਨਹੀਂ ਹੋਇਆ ਵਾਪਸ ਆਉਣ ਦਾ। ਇੱਕੋ ਹੀ ਹੁਕਮ ਹੋਇਆ ਵੀ ਅਜੇ ਲਾਹੌਰ ਵਿੱਚ ਠਹਿਰੋ। ਵਾਪਸ ਆਉਣ ਦਾ ਹੁਕਮ ਨਹੀਂ ਹੋ ਰਿਹਾ। ਸੰਗਤਾਂ ਆ ਰਹੀਆਂ ਨੇ, ਦੁਸ਼ਾਲੇ ਭੇਟ ਕਰ ਰਹੀਆਂ ਨੇ, 36 ਪ੍ਰਕਾਰ ਦਾ ਭੋਜਨ ਆ ਰਿਹਾ ਹੈ, ਸੇਵਾ ਹੋ ਰਹੀ ਹੈ, ਸਭ ਕੁਛ ਮਾਇਆ ਵੀ ਭੇਟ ਕੀਤੀ ਜਾ ਰਹੀ ਹੈ। ਲੇਕਿਨ ਯਾਦ ਰੱਖਣਾ ਵੀ ਜਿਹੜਾ ਮਨ ਕਰਕੇ ਜਿਹਨੂੰ ਸੋਝੀ ਹੈ ਵੀ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ ਵਾਂ, ਭਾਵੇਂ ਪਦਾਰਥਾਂ ਦੇ ਢੇਰ ਵੀ ਕਿਉਂ ਨਾ ਲੱਗ ਜਾਣ, ਉਹਨੂੰ ਚੰਗੇ ਨਹੀਂ ਲੱਗਦੇ। ਜਿਹਨੂੰ ਪਤਾ ਹੈ ਵੀ ਮੈਂ ਵਿਛੜਿਆ ਹੋਇਆ ਵਾਂ। ਬਾਬਾ ਕਬੀਰ ਜੀ ਦਾ ਬਚਨ ਹੈ, ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਪੰਥ ਨਿਹਾਰੈ ਕਾਮਨੀ, ਲੋਚਨ ਭਰੀਲੇ ਉਸਾਸਾ, ਉਰ ਨਾ ਪੀਜੈ ਪਗ ਨਾ ਖਿਸੈ, ਹਰ ਦਰਸ਼ਨ ਕੀ ਆਸਾ। ਉਦਾਹਰਨ ਬਖਸ਼ੀ ਹੈ। ਕਹਿਣ ਲੱਗੇ ਜਦੋਂ ਇੱਕ ਘਰ ਵਾਲੀ ਦਾ ਪਤੀ ਵਿਦੇਸ਼ ਚਲਾ ਜਾਏ, ਕਈ ਸਾਲ ਪਰਤੇ ਨਾ, ਤੇ ਘਰ ਵਾਲੀ ਬੂਹੇ ਤੇ ਖੜੀ ਰਹਿੰਦੀ ਹੈ, ਉਹਦਾ ਮਨ ਭੱਜਦਾ ਨਹੀਂ, ਵਾਹਿਗੁਰੂ ਮਨ ਤ੍ਰਿਪਤ ਨਹੀਂ ਹੁੰਦਾ, ਮਨ ਟਿਕਾ ਵਿੱਚ ਨਹੀਂ ਹੁੰਦਾ, ਪੈਰ ਪਿੱਛੇ ਨਹੀਂ ਮੁੜਦਾ, ਭਾਵ ਕਿ ਕਮਰੇ ਵੱਲ ਨਹੀਂ ਜਾਂਦਾ, ਵੇਟ ਕਰਦੀ ਰਹਿੰਦੀ ਹੈ ਵੀ ਕਦੋਂ ਮੇਰਾ ਸਿਰ ਦਾ ਸਾਈਂ ਆਏਗਾ, ਕਦੋਂ ਮੈਂ ਮਿਲਾਂਗੀ। ਇੱਕੋ ਹੀ ਚਿੱਤ ਵਿੱਚ ਇੱਕੋ ਹੀ ਖਿਆਲ ਰਹਿੰਦਾ ਹੈ। ਤੇ ਯਾਦ ਰੱਖਿਆ ਜੇ ਜਿਹੜੇ ਪ੍ਰਮਾਤਮਾ ਤੋਂ ਵਿਛੜੇ ਨੇ ਨਾ, ਜਿਨ੍ਹਾਂ ਨੂੰ ਸੋਝੀ ਹੈ ਵੀ ਅਸੀਂ ਨਿਰੰਕਾਰ ਤੋਂ ਟੁੱਟ ਕੇ ਸੰਸਾਰ ਦੇ ਵਿੱਚ ਲੱਗ ਗਏ ਹਾਂ ਟਿਕਾਵ, ਉਹਨਾਂ ਨੂੰ ਵੀ ਨਹੀਂ ਆਉਂਦਾ।
ਪੰਚਮ ਪਾਤਸ਼ਾਹ ਨੇ ਆ ਮੋਹਰ ਲਾਈ ਹੈ, ਮੋਹਨ ਘਰ ਆਵੋ ਕਰੋ ਜੋ ਦਰਿਆ, ਮਾਨ ਬੋਲੋ ਮਾਨ ਕਰੋ ਅਭਿਮਾਨੈ, ਬੋਲੋ ਭੂਲ ਚੂਕ ਤੇਰੀ ਪ੍ਰਿਆ। ਵੀ ਪਾਤਸ਼ਾਹ ਹਿਰਦੇ ਵਿੱਚ ਆ ਕੇ ਵਸ ਜਾਓ, ਭਾਵੇਂ ਅਸੀਂ ਅਹੰਕਾਰ ਕਰਨੇ ਆ, ਭਾਵੇਂ ਅਹੰਕਾਰ ਦੇ ਵਿੱਚ ਮਾੜੇ ਬੋਲ ਬੋਲਨੇ ਆ, ਭਾਵੇਂ ਭੁੱਲਾਂ ਚੁੱਕਾ ਕਰਨੇ ਆ, ਪਰ ਪਾਤਸ਼ਾਹ ਹੈ ਤੇ ਤੇਰੇ ਪੁੱਤਰ ਤੇਰੇ ਸੇਵਕ ਨਾ। ਇੱਕ ਵਾਰ ਹਿਰਦੇ ਵਿੱਚ ਆ ਕੇ ਵਸੋ। ਫਿਰ ਪਾਤਸ਼ਾਹ ਕੇ 36 ਪ੍ਰਕਾਰ ਦੇ ਭੋਜਨ ਦੁਸ਼ਾਲੇ ਭੇਟ ਕੀਤੇ ਨੇ, ਲੇਕਿਨ ਮਨ ਉਹਨਾਂ ਵਿੱਚ ਨਹੀਂ ਲੱਗ ਰਿਹਾ। ਤੇ ਪਾਤਸ਼ਾਹ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ ਵੀ ਜੋ ਗੁਰਤਾ ਗੱਦੀ ਮਿਲਣ ਤੋਂ ਬਾਅਦ ਸਾਹਿਬ ਨੇ ਦਰਜ ਕੀਤਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਬੇਨਤੀ ਹੈ ਨਾਲ ਨਾਲ ਪੰਕਤੀਆਂ ਪੜਿਆ ਕਰੋ। ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਗੁਰ ਦਰਬਾਰੇ ਜਿਉ। ਵੀ ਪਾਤਸ਼ਾਹ ਵੀ ਨਾ ਹੀ ਤ੍ਰੇ ਬੁੱਝਦੀ ਹੈ, ਨਾ ਹੀ ਮਨ ਟਿਕਦਾ, ਨਾ ਹੀ ਮਨ ਸਹਿਜ ਵਿੱਚ ਆਉਂਦਾ। ਕਦੋਂ ਤੱਕ? ਜਦੋਂ ਤੱਕ ਮੈਂ ਤੇਰੇ ਦਰਬਾਰ ਦੇ ਦਰਸ਼ਨ ਨਾ ਕਰ ਲਵਾਂ। ਇਹ ਲਾਹੌਰ ਦੇ ਵਿੱਚ ਪੰਚਮ ਗੁਰਦੇਵ ਨੇ ਸ਼ਬਦ ਉਚਾਰਨ ਕੀਤਾ, ਜਦੋਂ ਗੁਰਤਾ ਗੱਦੀ ਮਿਲਣ ਤੋਂ ਬਾਅਦ ਇਹਨੂੰ ਦਰਜ ਕੀਤਾ। ਅਖੀਰ ਹੁਕਮ ਹੋਇਆ ਵਾਪਸ ਆਉਣ ਦਾ, ਦਤਾਰ ਪਿਤਾ ਵਾਪਸ ਆ ਗਏ ਨੇ, ਫਿਰ ਅੰਮ੍ਰਿਤਸਰ ਚਲੇ ਗਏ ਨੇ। ਤੇ ਚੌਥੇ ਗੁਰਦੇਵ ਨੇ ਅੱਜ ਪੰਜਵੇਂ ਪਾਤਸ਼ਾਹ ਆਪਣੇ ਬੇਟੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਹਾ, ਬੇਟਾ ਸਮਾਂ ਨਜ਼ਦੀਕ ਆ ਰਿਹਾ, ਗੋਇੰਦਵਾਲ ਸਾਹਿਬ ਲੈ ਚਲੋ। ਪੰਜਵੇਂ ਪਾਤਸ਼ਾਹ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੋਇੰਦਵਾਲ ਸਾਹਿਬ ਲੈ ਆਏ ਨੇ। ਸਰੀਰ ਢਿੱਲਾ ਹੋ ਗਿਆ, ਸਮਾਂ ਨਜ਼ਦੀਕ ਹੈ। ਇੰਨੇ 'ਚ ਪ੍ਰਿਥਵੀ ਚੰਦ ਵੀ ਆ ਗਿਆ। ਜਦੋਂ ਪ੍ਰਿਥਵੀ ਚੰਦ ਆਇਆ ਤੇ ਆ ਕੇ ਬੋਲ ਖਰਵੇ ਬੋਲਣ ਲੱਗ ਪਿਆ, ਕਹਿਣ ਲੱਗਾ ਵੀ ਜਦੋਂ ਮੇਰੇ ਪਿਤਾ ਅੰਮ੍ਰਿਤਸਰ ਤੋਂ ਆਏ ਹਨ ਉਦੋਂ ਚੰਗੇ ਭਲੇ ਸਨ, ਹੁਣ ਇਹਨਾਂ ਨੂੰ ਕੀ ਹੋ ਗਿਆ? ਇਹ ਤੇ ਅਰਜਨ ਦੇਵ ਨੇ ਗੁਰਤਾ ਗੱਦੀ ਹਾਸਲ ਕਰਨ ਵਾਸਤੇ ਜ਼ਹਿਰ ਦਿੱਤਾ ਇਹਨਾਂ ਨੂੰ, ਕੁਛ ਨਾ ਕੁਛ ਖਵਾਇਆ ਲੰਗਰ ਵਿੱਚ, ਤਾਂ ਹੀ ਤੇ ਪਿਤਾ ਦੀ ਸਿਹਤ ਢਿੱਲੀ ਹੋ ਗਈ ਹੈ। ਪ੍ਰਿਥਵੀ ਚੰਦ ਨੇ ਉੱਥੇ ਰੋਲਾ ਪਾ ਲਿਆ। ਇਹਨੇ ਰੋਲਾਂ 'ਚ ਪੈਂਦਿਆਂ ਹੀ ਇੰਨਾ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੋਤੀ ਜੋ ਸਮਾ ਗਏ ਨੇ। ਹੁਣ ਸਮਾਂ ਆਇਆ ਗੁਰਤਾ ਗੱਦੀ ਦੇ ਵਾਰਸ ਬਣਨ ਦਾ। ਦੋ ਦਾਅਵੇਦਾਰ ਨੇ, ਇੱਕ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਇੱਕ ਇਹਨਾਂ ਦੇ ਵੱਡੇ ਭਰਾਤਾ ਬਾਬਾ ਪ੍ਰਿਥਵੀ ਚੰਦ। ਲੇਕਿਨ ਰਸਮ ਅਦਾ ਕਰਨੀ ਹੈ ਬਾਬਾ ਬੁੱਢਾ ਜੀ ਨੇ। ਬਾਬਾ ਬੁੱਢਾ ਜੀ ਨੇ ਇੱਕ ਥਾਲ ਪਕੜਿਆ, ਥਾਲ ਦੇ ਵਿੱਚ ਪੱਗ ਹੈ। ਜਦੋਂ ਬਾਬਾ ਬੁੱਢਾ ਜੀ ਥਾਲ ਲੈ ਕੇ ਅੱਗੇ ਵੱਧ ਰਹੇ ਨੇ ਤੇ ਬਾਬਾ ਪ੍ਰਿਥਵੀ ਚੰਦ ਬੈਠੇ ਨੇ। ਤੇ ਬਾਬਾ ਪ੍ਰਿਥਵੀ ਚੰਦ ਨੇ ਜੋ ਬੋਲ ਬੋਲੇ ਨੇ, ਮੈਨੂੰ ਮਾਫ ਕਰਨਾ, ਮੈਂ ਇਉਂ ਦਾ ਤਿਉਂ ਤੁਹਾਨੂੰ ਸੁਣਾਉਣ ਲੱਗਾ ਵਾਂ। ਕਹਿਣ ਲੱਗਾ, ਉਹ ਬਾਬੇ ਆ, ਤੁਹਾਨੂੰ ਪਤਾ ਨਹੀਂ ਵੀ ਪੱਗ ਹਮੇਸ਼ਾ ਵੱਡੇ ਪੁੱਤਰ ਨੂੰ ਦਿੱਤੀ ਜਾਂਦੀ ਹੈ, ਵੀ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ? ਲੇਕਿਨ ਯਾਦ ਰੱਖਿਆ ਜੀ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕੁਝ ਕਮਾ ਲਿਆ, ਅੰਦਰ ਟਿਕ ਗਏ ਨੇ ਨਾ, ਉਹ ਬੋਲਿਆ ਘੱਟ ਕਰਦੇ ਨੇ, ਜਰ ਲੈਂਦੇ ਨੇ। ਬਾਬਾ ਜੀ ਨਹੀਂ ਬੋਲੇ, ਬਾਬਾ ਬੁੱਢਾ ਜੀ। ਇੰਨੇ 'ਚ ਪ੍ਰਿਥਵੀ ਚੰਦ ਨੇ ਆਪਣੇ ਮਸੰਦਾ ਨੂੰ ਘੱਲ ਕੇ ਥਾਲ ਖੋਲਿਆ, ਪੱਗ ਵੀ ਖੋਲੀ ਹੈ, ਤੇ ਮਸੰਦਾ ਨੇ ਬਾਬਾ ਪ੍ਰਿਥਵੀ ਚੰਦ ਨੂੰ ਪੱਗ ਬੰਨ੍ਹ ਦਿੱਤੀ ਹੈ, ਟਿੱਕਾ ਲਾ ਦਿੱਤਾ। ਕਹਿਣ ਲੱਗੇ, ਅਸੀਂ ਗੁਰਤਾ ਗੱਦੀ ਦੇ ਵਾਰਸ ਬਣ ਗਏ। ਬਾਬਾ ਬੁੱਢਾ ਜੀ ਫੇਰ ਕਮਰੇ 'ਚ ਗਏ ਨੇ, ਫੇਰ ਦੂਜਾ ਥਾਲ ਲੈ ਕੇ ਵਿੱਚ ਪੱਗ ਰੱਖ ਕੇ ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵੱਲ ਵੱਧ ਕੇ ਨੇ, ਜਾ ਕੇ ਟਿੱਕਾ ਲਾ ਕੇ ਪੱਗ ਬੰਨ੍ਹ ਕੇ ਜੋ ਵੀ ਗੁਰਤਾ ਗੱਦੀ ਦੀ ਰਸਮ ਸੀ ਉਹ ਅਦਾ ਕਰ ਦਿੱਤੀ ਹੈ। ਪ੍ਰਿਥਵੀ ਚੰਦ ਨੇ ਫਿਰ ਰੋਲਾ ਪਾ ਲਿਆ। ਕਹਿਣ ਲੱਗੇ, ਇਵੇਂ ਕਿਵੇਂ ਹੋ ਸਕਦਾ ਵੀ ਦੋ ਪੁੱਤਰਾਂ ਨੂੰ ਇੱਕੋ ਵਕਤ ਪੱਗ ਨਹੀਂ ਮਿਲ ਸਕਦੀ? ਕਿਉਂਕਿ ਪੱਗ ਹਮੇਸ਼ਾ ਵੱਡੇ ਪੁੱਤਰ ਨੂੰ ਮਿਲਿਆ ਕਰਦੀ ਹੈ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਫਿਰ ਇਹਦਾ ਨਿਬੇੜਾ ਸੰਗਤ ਹੀ ਕਰੇਗੀ। ਸੰਗਤ ਕਹਿਣ ਲੱਗੀ ਵੀ ਇਵੇਂ ਗੱਲ ਹੈ ਵੀ ਜਿਹੜੇ ਤੇ ਪੁੱਤਰ ਦੀ ਪੱਗ ਬਣਦੀ ਹੈ ਉਹ ਦਿਓ ਬਾਬਾ ਪ੍ਰਿਥਵੀ ਚੰਦ ਨੂੰ, ਵੱਡੇ ਪੁੱਤਰ ਨੇ, ਸਤਿਕਾਰ ਕਰਦੇ। ਲੇਕਿਨ ਜਿਹੜੀ ਗੁਰਤਾ ਗੱਦੀ ਦੀ ਰਸਮ ਹੈ, ਗੁਰਤਾ ਗੱਦੀ ਵਾਲੀ ਪੱਗ ਸੌਂਪਣੀ ਹੈ, ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦਿਓ। ਕਿਉਂਕਿ ਚੌਥੇ ਪਾਤਸ਼ਾਹ ਜਾਂਦਿਆਂ ਵਕਤ ਜੋਤੀ ਜੋ ਸਮਾਨ ਦੇ ਵਕਤ ਇਹ ਕਹਿ ਕੇ ਗਏ ਨੇ ਵੀ ਹੁਣ ਗੁਰਤਾ ਗੱਦੀ ਦੇ ਵਾਰਸ ਮੇਰੇ ਸਭ ਤੋਂ ਛੋਟਾ ਪੁੱਤਰ ਅਰਜਨ ਦੇਵ ਬਣੇਗਾ, ਹੱਕ ਉਹਨਾਂ ਦਾ ਬਣਦਾ। ਪ੍ਰਿਥਵੀ ਚੰਦ ਨੇ ਫਿਰ ਰੋਲਾ ਪਾ ਲਿਆ ਵੀ ਇਹ ਨਹੀਂ ਹੋ ਸਕਦਾ। ਇੰਨੇ ਰੋਲੇ ਦੇ ਵਿੱਚ ਭੱਟ ਸਾਹਿਬਾਨ ਵੀ ਪਹੁੰਚ ਗਏ ਨੇ, ਜਿਨ੍ਹਾਂ ਦੀ ਬਾਣੀ ਅੱਜ ਦਰਜ ਹੈ। ਜਦੋਂ ਭੱਟ ਸਾਹਿਬਾਨ ਨੇ ਵੇਖਿਆ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਪੰਜਵੇਂ ਜਾਮੇ ਦੇ ਵਾਰਸ ਨੇ, ਗੁਰੂ ਨਾਨਕ ਗੱਦੀ ਦੇ ਵਾਰਸ ਨੇ, ਵੀ ਅਜੇ ਮੂੰਹ ਤੇ ਦਾੜਾ ਆਇਆ ਨਹੀਂ, ਕਿਉਂਕਿ 18 ਸਾਲ ਉਮਰ ਸੀ।
ਜਦੋਂ ਗੁਰਤਾ ਗੱਦੀ ਦੇ ਵਾਰਸ ਬਣੇ ਨੇ 18 ਸਾਲ ਦੀ ਉਮਰ ਵਿੱਚ, ਤੇ ਮੂੰਹ ਤੇ ਕੋਈ ਵਿਰਲਾ ਵਿਰਲਾ ਵਾਲ ਆਉਂਦਾ ਦਾੜੇ ਦਾ, ਵਿਰਲਾ ਵਿਰਲਾ ਵਾਲ, ਲੇਕਿਨ ਟਿਕਾਓ ਇੰਨਾ। ਕਿਉਂਕਿ ਟਿਕਾਓ ਕਿਉਂ? ਇਹ ਉਹ ਸੀ ਗੁਰਤਾ ਗੱਦੀ ਦੇ ਵਾਰਸ ਹਨ ਜਿਸ ਜਾਮੇ ਵਿੱਚ ਤੀਜੇ ਪਾਤਸ਼ਾਹ ਨੇ ਦੂਜੇ ਪਾਤਸ਼ਾਹ ਦੇ ਠੁੱਡੇ ਨੂੰ ਸਹਾਰਿਆ ਸੀ। ਇੱਕੋ ਗੱਲ ਕਹੀ ਸੀ ਵੀ ਪੁੱਤਰਾ, ਬਜ਼ੁਰਗੀ ਵਿੱਚ ਆ ਕੇ ਮੇਰੇ ਹੱਡ ਡਾਢੇ ਹੋ ਗਏ ਨੇ, ਤੇਰੇ ਤੇ ਕੂਲੇ ਨੇ, ਮੁਲਾਇਮ ਨੇ, ਤੈਨੂੰ ਦਰਦ ਤੇ ਨਹੀਂ ਹੋਇਆ। ਇਹ ਪੰਜਵੇਂ ਪਾਤਸ਼ਾਹ ਵੀ ਉਸੇ ਜਾਮੇ ਦੇ ਵਾਰਸ ਸਨ। ਟਿਕਾਵ ਰੱਖਿਆ, ਨਹੀਂ ਬੋਲੇ। ਪ੍ਰਿਥਵੀ ਚੰਦ ਰੋਲਾ ਪਾਉਂਦਾ ਰਿਹਾ ਤੇ ਭੱਟ ਸਾਹਿਬਾਨ ਵੇਖਦੇ ਰਹੇ ਨੇ ਵੀ ਇੰਨੀ ਮੂਰਤ ਸਹਿਜ ਦੀ ਵੀ ਇੰਨਾ ਰੋਲਾ ਪਾ ਰਿਹਾ ਵੱਡਾ ਭਰਾਤਾ, ਫਿਰ ਵੀ ਨਹੀਂ ਬੋਲ ਰਹੇ। ਤੇ ਭੱਟ ਸਾਹਿਬਾਨ ਨੇ ਫਿਰ ਇਹ ਬਚਨ ਕਹਿ ਦਿੱਤੇ, ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਆ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ, ਕਿਨੈ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਵੀ ਪਾਤਸ਼ਾਹ ਬੜੇ ਸੰਤ ਵੇਖੇ, ਬੜੇ ਫਕੀਰ ਵੇਖੇ, ਬੜੇ ਸਾਧ ਵੇਖੇ, ਪਰ ਅਸਲ ਦੇ ਵਿੱਚ ਹਰ ਕੋਈ ਆਪਣੀ ਜ਼ਬਾਨ ਦਾ ਮਿੱਠਾ ਸੀ। ਜਦੋਂ ਅੰਦਰ ਝਾਕ ਕੇ ਵੇਖਿਆ, ਅੰਦਰ ਸਾਰਿਆਂ ਦੇ ਕੜੋਤਨ ਭਰੀ ਪਈ ਸੀ। ਪਰ ਪਾਤਸ਼ਾਹ ਕਮਾਲ ਹੈ, ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸ਼ਿਵ ਜੋਗ ਕਰੀ, ਹੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਘਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰੂ ਜੋਤ ਅਰਜੁਨ ਮਾਹੇ ਤਰੀ। ਕਮਾਲ ਦੀ ਮੂਰਤ ਹੈ ਵੀ ਇੰਨਾ ਵਿਰੋਧ ਹੋ ਰਿਹਾ ਹੈ, ਫਿਰ ਵੀ ਟਿਕਾਵ ਦੇ ਵਿੱਚ ਬੈਠੇ ਨੇ। ਪ੍ਰਿਥਵੀ ਚੰਦ ਰੋਲਾ ਪਾਉਂਦਾ ਗਿਆ ਤੇ ਦਤਾਰ ਪਿਤਾ ਸਹਿਜ ਵਿੱਚ ਆ ਕੇ ਇਹਨਾਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੈ। ਮੈਂ ਬਿਲਕੁਲ ਸੰਖੇਪ ਤੁਰਾਂ, ਕੀਰਤਪੁਰ ਸਾਹਿਬ ਦੀ ਨੀਂਹ ਰੱਖੀ ਹੈ। ਇੱਥੇ ਪ੍ਰਿਥਵੀ ਚੰਦ ਦੇ ਵਾਰਾਂ ਨੂੰ ਵੀ ਸਹਾਰਿਆ, ਛੇਵੇਂ ਪਾਤਸ਼ਾਹ ਨੂੰ 3 ਵਾਰੀ ਜ਼ਹਿਰ ਦਿੱਤਾ ਗਿਆ, ਉਹ ਵੀ ਸਹਾਰਿਆ। ਸੁਲਹੀ ਖਾਨ ਚੜ ਕੇ ਆਇਆ, ਦਤਾਰ ਪਿਤਾ ਨੇ ਉਸ ਨੂੰ ਵੀ ਸਹਾਰਿਆ। ਲੰਗਰ ਮਸਤਾਨਾ ਕਰ ਦਿੱਤਾ ਗਿਆ, ਦਤਾਰ ਪਿਤਾ ਨੇ ਉਹ ਵੀ ਸਹਾਰ ਲਿਆ। ਚੁੱਪ ਰਹੇ, ਲੰਗਰ ਦੇ ਵਿੱਚ ਸਿਰਫ ਚਣੇ ਛੋਲੇ ਚੱਬਣ ਵਾਸਤੇ ਰਹਿ ਗਏ, ਦਤਾਰ ਪਿਤਾ ਨੇ ਉਹ ਵੀ ਸਹਾਰ ਲਿਆ। ਅਖੀਰ ਜਦੋਂ ਸਭ ਕੁਝ ਸਹਾਰਦੇ ਗਏ ਨੇ ਤੇ ਇੰਨੇ ਵਿੱਚ ਪ੍ਰਿਥਵੀ ਚੰਦ ਹੋਰ ਵੀ ਕਾਰਨ ਜਿਨ੍ਹਾਂ ਦਾ ਜ਼ਿਕਰ ਆਪਾਂ ਕਰਾਂਗੇ, ਇਹ ਸ਼ਿਕਾਇਤਾਂ ਲੈ ਕੇ ਅਕਬਰ ਦੇ ਦਰਬਾਰ ਵਿੱਚ ਪਹੁੰਚ ਗਏ ਨੇ। ਹੁਣ ਇੱਥੋਂ ਦੂਜਾ ਪਾਸਾ ਸ਼ੁਰੂ ਹੁੰਦਾ ਸ਼ਹੀਦੀ ਦਾ। ਮੈਂ ਬੇਨਤੀ ਕਰਾਂ, ਟਿਕਾਓ ਬਣਾ ਕੇ ਰੱਖਿਓ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਇੱਥੇ ਇੱਕ ਕਾਰਨ ਨਹੀਂਗਾ ਸ਼ਹੀਦੀ ਦਾ, ਕਾਰਨ ਕਈ ਜੁੜ ਜਾਂਦੇ ਨੇ। ਮੈਂ ਜ਼ਿਆਦਾ ਡਿਟੇਲ ਤੇ ਨਹੀਂ ਜਾ ਸਕਦਾ, ਮੈਂ ਸੰਖੇਪ ਵਿੱਚ ਰੱਖਾਂਗਾ। ਸਭ ਤੋਂ ਪਹਿਲਾ ਵੱਡਾ ਕਾਰਨ ਸੀ ਪ੍ਰਿਥਵੀ ਚੰਦ, ਜੋ ਵੱਡੇ ਭਰਾ ਸਨ। ਇਹਨਾਂ ਸੁਲਹੀ ਖਾਨ ਨੂੰ ਚਾੜਿਆ, ਹੋਰ ਵੀ ਸ਼ਿਕਾਇਤਾਂ ਦਰਬਾਰ ਵਿੱਚ ਪਹੁੰਚਾਈਆਂ ਅਕਬਰ ਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨਾਂ ਦੇ ਬਰਖਲਾਫ ਬਾਣੀ ਦਰਜ ਕੀਤੀ ਗਈ ਹੈ। ਬਹੁਤ ਕੁਛ ਗੱਦੀ ਲਾ ਕੇ ਬੈਠੇ ਨੇ, ਸ਼ਿਕਾਇਤਾਂ ਪਹੁੰਚਾਈਆਂ। ਫਿਰ ਦੂਜਾ ਕਾਰਨ ਹੈ ਵੀ ਜਿਹੜੇ 4 ਭਗਤ ਆਏ, ਛੱਜੂ, ਪੀਲੂ, ਕਾਨੂੰ ਤੇ ਸ਼ਾਹ ਹੁਸੈਨ, ਜਦੋਂ ਇਹ 4 ਭਗਤ ਆਏ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋ ਰਹੀ ਹੈ, ਬੀੜ ਤਿਆਰ ਹੋ ਰਹੀ ਹੈ, ਇਹਨਾਂ ਨੇ ਆ ਕੇ ਕਿਹਾ ਵੀ ਸਾਡੀ ਬਾਣੀ ਵੀ ਦਰਜ ਕਰੋ। ਦਤਾਰ ਪਿਤਾ ਨੇ ਜਵਾਬ ਦੇ ਦਿੱਤਾ, ਨਹੀਂ, ਇੱਥੇ ਸਿਫਾਰਸ਼ਾਂ ਦੇ ਨਾਲ ਬਾਣੀ ਦਰਜ ਨਹੀਂ ਕੀਤੀ ਜਾਏਗੀ, ਬਾਣੀ ਉਹਦੀ ਦਰਜ ਕੀਤੀ ਜਾਏਗੀ ਜਿਹਨੇ ਆਪਣੇ ਜੀਵਨ 'ਚ ਕੁਛ ਕਮਾਇਆ। ਅਖੀਰ ਇਹਨਾਂ ਨੂੰ ਜਵਾਬ ਦੇ ਦਿੱਤਾ। ਇਹਨਾਂ ਨੇ ਵੀ ਜਾ ਕੇ ਸ਼ਿਕਾਇਤਾਂ ਲਾਈਆਂ, ਚੰਦੂ ਨੇ ਵੀ ਸ਼ਿਕਾਇਤਾਂ ਲਾਈਆਂ। ਹੁਣ ਤੀਜਾ ਸਭ ਤੋਂ ਵੱਡਾ ਕਾਰਨ, ਜਿਹਨੂੰ ਆਖਿਆ ਜਾਂਦਾ ਸਖੀ ਸਰਵਰੀਆ, ਮੈਂ 1 ਮਿੰਟ ਤੁਹਾਡਾ ਲੈਣਾ। ਇਹ ਸਨ 1120 ਦੇ ਲਗਭਗ ਇਹਦਾ ਜਿਹੜਾ ਕਰਤਾ ਧਰਤਾ ਹੈ, ਇਹ ਡੇਰਾ ਗਾਜੀ ਖਾਨ ਜਿਹੜਾ ਪਾਕਿਸਤਾਨ ਦੇ ਵਿੱਚ ਹੈ, ਉਹਦੇ ਨਾਲ ਨਿਗਾਹਾ ਪਿੰਡ ਹੈ, ਇਹ ਉੱਥੇ ਆਇਆ। ਇਹ ਪੰਜਾਬ 'ਚ ਨਹੀਂ ਆਇਆ, ਇਹ ਪਾਕਿਸਤਾਨ ਤੱਕ ਰਿਹਾ। ਇਹ ਸੰਸਥਾ ਉੱਥੋਂ ਸ਼ੁਰੂ ਹੋਈ ਹੈ, ਜੋ ਵੀ ਕੁਛ ਹੈ। ਫਿਰ ਅੱਗੇ ਅੱਗੇ ਵੱਧਦਾ ਗਿਆ। ਸ਼ੇਖ ਫਤਿਹ, ਲਾਲਾਂ ਵਾਲਾ ਪੀਰ, ਇਹਨਾਂ ਨੂੰ ਕਈ ਕੁਛ ਕਿਹਾ ਜਾਂਦਾ। ਇਹਨਾਂ ਦਾ ਮੁੱਖ ਮਕਸਦ ਸੀ ਵੀ ਪੂਰੇ ਹਿੰਦੁਸਤਾਨ ਨੂੰ ਇੱਕੋ ਧਰਮ ਦੇ ਵਿੱਚ ਲੈ ਕੇ ਆਇਆ ਜਾਵੇ, ਸਿਰਫ ਇਸਲਾਮ ਧਰਮ ਦੇ ਵਿੱਚ। ਇਹਨਾਂ ਦਾ ਇੱਕੋ ਮੋਟਿਵ ਸੀ। ਇਹਨਾਂ ਨੇ ਆਪਣਾ ਬੜਾ ਜ਼ੋਰ ਲਾਇਆ ਤੇ ਇਧਰੋਂ ਪੰਚਮ ਗੁਰਤੇਵ ਗੁਰਤਾ ਗੱਦੀ ਤੇ ਬੈਠੇ ਸਨ, ਇਧਰੋਂ ਪਾਤਸ਼ਾਹ ਨੇ ਵੀ ਫਿਰ ਆਪਣੀ ਕੌਤਕ ਵਿਖਾਣੇ ਸ਼ੁਰੂ ਕਰ ਦਿੱਤੇ। ਕੌਤਕ ਕੀ ਵਿਖਾਇਆ? ਭਾਈ ਮੰਝ, ਜਿਨ੍ਹਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ, ਇਹ ਕੰਗਮੀ ਪਿੰਡ ਦੇ ਰਹਿਣ ਵਾਲੇ ਸਨ। ਇਹ ਜਦੋਂ ਅੱਗੇ ਜਾ ਰਹੇ ਸਨ ਪਾਕਿਸਤਾਨ ਵਾਲੇ ਪਾਸੇ, ਇਹ ਅੰਮ੍ਰਿਤਸਰ ਇਹਨਾਂ ਨੇ ਰਾਤ ਦਾ ਨਿਵਾਸ ਕੀਤਾ।
ਜਦੋਂ ਰਾਤ ਨਿਵਾਸ ਕੀਤਾ, ਹਨੇਰਾ ਪੈ ਗਿਆ ਸੀ, ਤੇ ਭਾਈ ਮੰਝ ਕਹਿਣ ਲੱਗੇ ਵੀ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਕੌਣ ਨੇ, ਵੀ ਬੜਾ ਨਾਮ ਉਹਨਾਂ ਦਾ ਸੁਣਿਆ। ਤੇ ਕਿਸੇ ਨੇ ਇਸ਼ਾਰਾ ਕੀਤਾ ਵੀ ਉਹ ਵੇਖ ਜਿਹੜਾ ਸੰਗਤਾਂ ਦੇ ਜੋੜੇ ਝਾੜ ਰਿਹਾ ਨਾ, ਜਿਹੜਾ ਲੰਗਰ ਵਰਤਾ ਰਿਹਾ, ਲੰਗਰ ਬਣਾ ਰਿਹਾ, ਸੰਗਤਾਂ ਨੂੰ ਪੱਖੀ ਚੱਲ ਰਿਹਾ, ਸੰਗਤਾਂ ਦੀ ਲੱਤਾਂ ਕੁੱਟ ਰਿਹਾ, ਉਹ ਵੇ ਗੁਰੂ ਅਰਜਨ ਦੇਵ। ਭਾਈ ਮੰਝ ਭੱਜ ਕੇ ਪੈਰਾਂ ਵਿੱਚ ਪੈ ਗਏ, ਕਹਿਣ ਲੱਗੇ ਪਾਤਸ਼ਾਹ ਸਿੱਖੀ ਬਖਸ਼ ਦਿਓ। ਸਾਹਿਬ ਨੇ ਕਿਹਾ ਭਾਈ ਮੰਝ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਪਹਿਲੋਂ ਸਖੀ ਸਰਵਰੀਆਂ ਦਾ ਮੱਤ ਛੱਡ ਦੇ, ਮੈਂ ਸਿੱਖੀ ਦੇਣ ਨੂੰ ਤਿਆਰ ਹਾਂ। ਹੁਣ ਭਾਈ ਮੰਝ ਸਿੱਖੀ ਸਰਵਰੀਆਂ ਤੋਂ ਹਟ ਕੇ ਸਿੱਖੀ ਜੀਵਨ ਵੱਲ ਬਣ ਗਏ। ਇਹ ਸਭ ਤੋਂ ਵੱਡਾ ਥੰਮ ਟੁੱਟਿਆ ਸੀ, ਸਖੀ ਸਰਵਰੀਆਂ ਦਾ ਸਭ ਤੋਂ ਵੱਡਾ ਥੰਮ। ਅਖੀਰ ਇਹਨਾਂ ਨੇ ਵੀ ਸ਼ਿਕਾਇਤਾਂ ਲਾਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜਾ ਚੌਥਾ ਸਭ ਤੋਂ ਵੱਡਾ, ਇਸ ਤੋਂ ਵੀ ਵੱਡਾ ਕਾਰਨ ਸੀ, ਉਹ ਸੀ ਨਕਸ਼ਬੰਦੀ। ਮੈਂ ਫੇਰ ਬੇਨਤੀ ਕਰਾਂ ਵੀ ਆਪਣਾ ਧਿਆਨ ਇੱਥੇ ਰੱਖਿਆ ਜੇ। ਹੁਣ ਕਾਰਨ ਜੁੜੇਗਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਉਂ ਸ਼ਹੀਦ ਕੀਤਾ ਗਿਆ। ਨਕਸ਼ਬੰਦੀ ਦੇ ਜਿਹੜੇ ਕਰਤਾ ਧਰਤਾ ਸਨ, ਸ਼ੇਖ ਮੁਹੰਮਦ ਆਕਿਬੁੱਲਾ, ਇਹ ਪਹਿਲਾਂ ਚੜ੍ਹਾਈ ਕਰ ਗਿਆ ਸੀ। ਸ਼ੇਖ ਅਹਿਮਦ ਸਰਹੰਦੀ ਇੱਕ ਇਹ ਸੀ, ਇੱਕ ਜਹਾਂਗੀਰ ਦਾ ਬੜਾ ਨਜ਼ਦੀਕੀ ਸੀ ਮੁਰਤਜ਼ਾ ਖਾਨ। ਇਹ ਦੋ ਸ਼ਖਸੀਅਤਾਂ ਸਨ। ਇਹਨਾਂ ਨੇ ਕੀ ਸੋਚਿਆ ਵੀ ਜਦੋਂ ਤੱਕ ਗੁਰੂ ਅਰਜਨ ਦੇਵ ਪਾਤਸ਼ਾਹ ਗੱਦੀ ਤੇ ਬੈਠਾ, ਅਸੀਂ ਇਸਲਾਮ ਨੂੰ ਫੈਲਾ ਨਹੀਂ ਸਕਦੇ, ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪਾਸੇ ਹਟਾਉਣਾ ਪਏਗਾ। ਹੁਣ ਮੈਂ ਨਾਲ ਇੱਕ ਹੋਰ ਬੇਨਤੀ ਕਰਦੇ ਹਾਂ। ਪਹਿਲੋਂ ਅਕਬਰ ਬੈਠਾ ਗੱਦੀ ਤੇ। ਜਦੋਂ ਅਕਬਰ ਗੱਦੀ ਤੇ ਬੈਠਾ ਤੇ ਅਕਬਰ ਆਪਣੇ ਪੋਤਰੇ ਅਮੀਰ ਖੁਸਰੋ ਨੂੰ ਆਪਣੀ ਗੱਦੀ ਦਾ ਮਾਲਕ ਬਣਾਉਣਾ ਚਾਹੁੰਦਾ ਸੀ। ਕਹਿਣ ਦਾ ਭਾਵ ਵੀ ਜਹਾਂਗੀਰ ਦੇ ਪੁੱਤਰ ਨੇ, ਤੇ ਬਾਕੀ ਜਿੰਨੇ ਮੁਸਲਮਾਨ ਸਨ ਉਹ ਵੀ ਚਾਹੁੰਦੇ ਸਨ ਵੀ ਕਿਸੇ ਤਰੀਕੇ ਅਮੀਰ ਖੁਸਰੋ ਹੀ ਗੱਦੀ ਦਾ ਮਾਲਕ ਬਣੇ, ਜਹਾਂਗੀਰ ਨਾ ਮਾਲਕ ਬਣੇ। ਜਹਾਂਗੀਰ ਇੰਨਾ ਵੱਡਾ ਵਿਕਾਰੀ ਬੰਦਾ ਸੀ ਵੀ ਤੁਸੀਂ ਆਪ ਹਿਸਾਬ ਲਗਾ ਲਵੋ। ਜਹਾਂਗੀਰ ਦੀ ਜਿਹੜੀ ਘਰ ਵਾਲੀ ਸੀ ਨੂਰ ਜਹਾਂ, ਇਹਦੀ ਪਹਿਲੋਂ ਕਿਤੇ ਹੋਰ ਸ਼ਾਦੀ ਹੋਈ ਸੀ। ਅਕਬਰ ਨੇ ਕਹਿ ਕੇ ਨੂਰ ਜਹਾਂ ਦੀ ਕਿਤੇ ਹੋਰ ਸ਼ਾਦੀ ਕਰਵਾ ਦਿੱਤੀ। ਇੰਨਾ ਵੱਡਾ ਵਿਕਾਰੀ ਇਨਸਾਨ, ਇਹਨੇ ਨੂਰ ਜਹਾਂ ਦੇ ਘਰ ਵਾਲੇ ਦਾ ਕਤਲ ਕਰਾ ਕੇ ਦੁਬਾਰਾ ਹਟ ਕੇ ਫਿਰ ਨੂਰ ਜਹਾਂ ਦੇ ਨਾਲ ਇਹਨੇ ਆਪ ਸ਼ਾਦੀ ਕੀਤੀ ਸੀ। ਐਡਾ ਵੱਡਾ ਵਿਕਾਰੀ ਇਨਸਾਨ ਸੀ। ਹੁਣ ਜਦੋਂ ਅਕਬਰ ਨੇ ਸੋਚਿਆ ਵੀ ਜਿਹੜਾ ਜਹਾਂਗੀਰ ਹੈ ਇਹ ਲਾਇਕ ਨੇ ਗੱਦੀ ਦੇ, ਵੀ ਮੈਂ ਆਪਣੇ ਪੁੱਤਰੇ, ਕਹਿਣ ਦਾ ਭਾਵ ਵੀ ਜਹਾਂਗੀਰ ਦੇ ਪੁੱਤਰ ਅਮੀਰ ਖੁਸਰੋ ਨੂੰ ਗੱਦੀ ਸੌਂਪ ਕੇ ਜਾਣੀ ਹੈ। ਲੇਕਿਨ ਰਾਜਨੀਤਿਕ ਬੰਦਿਆਂ ਦਾ ਇੱਕ ਸਟੰਡ ਹੋਇਆ ਕਰਦਾ। ਅਕਸਰ ਕੀ ਕਰਿਆ ਕਰਦੇ ਨੇ ਵੀ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਨਾ, ਤੁਹਾਨੂੰ ਵੱਡੇ ਵੱਡੇ ਸੁਪਨੇ ਵਿਖਾਣਗੇ, ਤੁਹਾਡੀਆਂ ਗਲੀਆਂ ਪੱਕੀਆਂ ਕਰ ਦਿਆਂਗੇ, ਸੜਕਾਂ ਬਣਾ ਦਿਆਂਗੇ, ਘਰ ਘਰ ਵਿੱਚ ਨਲਕੇ ਲਵਾ ਦਿਆਂਗੇ, ਵੱਡੇ ਵੱਡੇ ਜੋ ਵੀ ਕਿਆ ਕਰਦੇ ਨੇ, ਵਾਅਦੇ ਕਰਿਆ ਕਰਦੇ ਨੇ। ਲੇਕਿਨ ਜਦੋਂ ਬਣ ਜਾਇਆ ਕਰਦੇ ਨੇ ਫਿਰ ਕਰਦੇ ਕੱਖ ਨਹੀਂ। ਹੁਣ ਜਹਾਂਗੀਰ ਨੇ ਸੋਚਿਆ ਵੀ ਜੇ ਗੱਦੀ ਦੇ ਮਾਲਕ ਬਣਨਾ ਹੈ, ਇੱਕੋ ਇੱਕ ਤਰੀਕਾ ਹੈ। ਜਹਾਂਗੀਰ ਕਹਿਣ ਲੱਗਾ ਵੀ ਜੇ ਮੈਂ ਗੱਦੀ ਦਾ ਮਾਲਕ ਬਣ ਗਿਆ, ਪੂਰਾ ਹਿੰਦੁਸਤਾਨ ਨੂੰ ਮੈਂ ਇਸਲਾਮ ਦੇ ਦਾਇਰੇ ਵਿੱਚ ਲੈ ਆਵਾਂਗਾ। ਸਾਰੇ ਮੁਸਲਮਾਨ ਖੁਸ਼ ਹੋ ਕੇ ਕਹਿਣ ਲੱਗੇ ਵੀ ਹੋਰ ਚਾਹੀਦਾ ਕੀ ਹੈ, ਜੇ ਸਾਰਾ ਹਿੰਦੁਸਤਾਨ ਹੀ ਮੁਸਲਮਾਨ ਬਣ ਜਾਏ, ਸਾਰੇ ਖੁਸ਼। ਤੇ ਅਮੀਰ ਖੁਸਰੋ ਨੂੰ ਇੱਕ ਪਾਸੇ ਕਰਕੇ ਜਹਾਂਗੀਰ ਗੱਦੀ ਤੇ ਬੈਠ ਗਿਆ। ਜਦੋਂ ਜਹਾਂਗੀਰ ਗੱਦੀ ਤੇ ਬੈਠਾ ਤੇ ਮੈਂ ਪਹਿਲੋਂ ਦੋ ਸ਼ਖਸੀਅਤਾਂ ਦਾ ਜ਼ਿਕਰ ਕਰ ਚੁੱਕਾ ਵਾਂ, ਸ਼ੇਖ ਅਹਿਮਦ ਸਰਹੰਦੀ ਤੇ ਮੁਰਤਜ਼ਾ ਖਾਨ। ਇਹ ਜਹਾਂਗੀਰ ਦਾ ਬੜਾ ਨਜ਼ਦੀਕੀ ਸੀ। ਇਹਨਾਂ ਨੇ ਸ਼ਿਕਾਇਤਾਂ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਵੀ ਕਿਸੇ ਤਰੀਕੇ ਵੀ ਅਰਜਨ ਦੇਵ ਪਾਤਸ਼ਾਹ ਨੂੰ ਪਾਸੇ ਕੀਤਾ ਜਾਵੇ, ਅਸੀਂ ਇਸਲਾਮ ਧਰਮ ਨੂੰ ਤਾਂ ਫੈਲਾ ਸਕਨੇ ਆ। ਉਹ ਕੁਦਰਤੀ ਸਬੱਬ ਬਣ ਗਿਆ। ਇੱਕ ਘਟਨਾ ਵਾਪਰ ਗਈ। ਘਟਨਾ ਕੀ ਵਾਪਰੀ ਹੈ? ਅਮੀਰ ਖੁਸਰੋ ਨੂੰ ਜਹਾਂਗੀਰ ਨੇ ਕੈਦ ਕੀਤਾ ਸੀ, ਤੇ ਜਦੋਂ ਕੈਦ ਕੀਤਾ, ਅਮੀਰ ਖੁਸਰੋ ਕਹਿਣ ਲੱਗਾ ਵੀ ਮੈਂ ਆਪਣੀ ਦਾਦੇ ਦੀ ਕਬਰ ਤੇ ਫੁੱਲ ਭੇਟ ਕਰਨ ਜਾਣਾ, ਮੱਥਾ ਟੇਕਣ ਜਾਣਾ। ਤੇ ਜਹਾਂਗੀਰ ਕਹਿਣ ਲੱਗਾ ਵੀ ਦਾਦੇ ਪੋਤਰਿਆਂ ਦਾ ਪਿਆਰ ਹੈ, ਕੋਈ ਗੱਲ ਨਹੀਂ, ਵੀ ਜਾਣ ਦਿਓ, ਮੱਥਾ ਹੀ ਤੇ ਟੇਕਣਾ। ਕੈਦ ਵਿੱਚੋਂ ਰਿਹਾ ਕਰ ਦਿੱਤਾ ਕੁਛ ਦਿਨਾਂ ਲਈ। ਜਦੋਂ ਅਮੀਰ ਖੁਸਰੋ ਤੁਰਿਆ ਤੇ ਜਾਂਦਿਆਂ ਜਾਂਦਿਆਂ ਬਗਾਵਤ ਕਰ ਦਿੱਤੀ ਆ। ਕਹਿਣ ਲੱਗਾ ਵੀ ਮੈਂ ਹੁਣ ਨਹੀਂ ਵਾਪਸ ਆਉਣਾ, ਮੈਂ ਤੇ ਬਗਾਵਤ ਕਰਾਂਗਾ, ਆਪਣਾ ਰਾਜ ਲੈ ਕੇ ਰਹਿਣਾ।
ਅਮੀਰ ਖੁਸਰੋ ਅੱਗੇ ਅੱਗੇ ਚੱਲ ਰਿਹਾ, ਮੁਰਤਜ਼ਾ ਖਾਨ ਪਿੱਛੇ ਪਿੱਛੇ ਚੱਲ ਰਿਹਾ, ਤੇ ਸਭ ਤੋਂ ਪਿੱਛੇ ਜਹਾਂਗੀਰ ਚੱਲ ਰਿਹਾ, ਅੱਗੜ ਪਿੱਛੇ ਚੱਲ ਰਹੇ ਨੇ। ਜਿੱਥੇ ਜਿੱਥੇ ਅਮੀਰ ਖੁਸਰੋ ਜਾ ਰਿਹਾ ਹੈ, ਮੁਰਤਜ਼ਾ ਖਾਨ ਉਹ ਰਿਪੋਰਟਾਂ ਲੈ ਕੇ ਜਹਾਂਗੀਰ ਨੂੰ ਘੱਲ ਰਿਹਾ, ਤੇ ਜਹਾਂਗੀਰ ਪਿੱਛੋਂ ਆਉਂਦਿਆਂ ਆਉਂਦਿਆਂ ਉਹ ਸਾਰਿਆਂ ਨੂੰ ਸਜ਼ਾ ਦਿੰਦਾ ਜਾ ਰਿਹਾ, ਅੱਗੇ ਅੱਗੇ ਚੱਲ ਰਹੇ ਨੇ। ਅਖੀਰ ਜਦੋਂ ਚੱਲਦੇ ਗਏ ਨੇ, ਅਮੀਰ ਖੁਸਰੋ ਨੂੰ ਕੈਦ ਕਰ ਲਿਆ, ਤੇ ਕੈਦ ਕਰਕੇ ਸਭ ਤੋਂ ਵੱਡੀ ਸਜ਼ਾ ਦਿੱਤੀ ਗਈ ਹੈ ਵੀ ਅੱਖਾਂ ਦੇ ਵਿੱਚ ਜ਼ਹਿਰ ਪਾ ਕੇ ਅਮੀਰ ਖੁਸਰੋ ਦੀਆਂ ਅੱਖਾਂ ਨੂੰ ਸਿਉਂ ਦਿੱਤਾ ਹੈ, ਤੇ ਅਮੀਰ ਖੁਸਰੋ ਬਾਅਦ ਵਿੱਚ ਤੜਫ ਤੜਫ ਕੇ ਮਰਿਆ। ਖੈਰ ਇਹ ਮਸਲਾ ਹੱਲ ਹੋ ਗਿਆ, ਤੇ ਅਹਿਮਦ ਸਰੰਦੀ ਤੇ ਮੁਰਤਜ਼ਾ ਖਾਨ ਨੇ ਇੱਕ ਸਲਾਹ ਬਣਾਈ ਹੈ। ਕਹਿਣ ਲੱਗੇ ਵੀ ਹੁਣ ਮੌਕਾ ਹੈ, ਜਹਾਂਗੀਰ ਨੂੰ ਕਹਿ ਦਿਓ ਵੀ ਜਦੋਂ ਅਮੀਰ ਖੁਸਰੋ ਗੋਇੰਦਵਾਲ ਸਾਹਿਬ ਤੋਂ ਲੰਘਿਆ ਤੇ ਪੰਜਵੇਂ ਪਾਤਸ਼ਾਹ ਨੇ ਥਾਪੜਾ ਵੀ ਦਿੱਤਾ ਤੇ ਤਿਲਕ ਵੀ ਲਾਇਆ। ਪਰ ਮੈਂ ਨਾਲ ਇੱਕ ਹੋਰ ਬੇਨਤੀ ਕਰਦਿਆਂ, ਇਤਿਹਾਸ ਨੂੰ ਪੜ੍ਹ ਲਿਓ। ਜਦੋਂ ਅਮੀਰ ਖੁਸਰੋ ਲੰਘ ਰਿਹਾ ਸੀ ਨਾ ਗੋਇੰਦਵਾਲ ਸਾਹਿਬ ਤੋਂ, ਪੰਜਵੇਂ ਗੁਰਦੇਵ ਉਸ ਵਕਤ ਗੋਇੰਦਵਾਲ ਸਾਹਿਬ ਹੈ ਹੀ ਨਹੀਂ ਸਨ, ਅੰਮ੍ਰਿਤਸਰ ਗਏ ਹੋਏ ਸਨ ਕਿਸੇ ਕੰਮ ਲਈ। ਉਹਨਾਂ ਬਹਾਨਾ ਬਣਾਇਆ ਵੀ ਜਾ ਕੇ ਜਹਾਂਗੀਰ ਨੂੰ ਕਹਿ ਦਿਓ ਵੀ ਤਿਲਕ ਵੀ ਲਾਇਆ, ਥਾਪੜਾ ਵੀ ਦਿੱਤਾ ਹੈ। ਜਦੋਂ ਜਹਾਂਗੀਰ ਨੂੰ ਕਹਿ ਦਿੱਤਾ ਵੀ ਸਿੱਖਾਂ ਦੇ ਪੰਜਵੇਂ ਗੁਰੂ ਨੇ ਇਹ ਕਾਰਜ ਕੀਤਾ ਹੈ ਤੇ ਝੂਠ ਸੀ, ਤੇ ਜਹਾਂਗੀਰ ਨੇ ਹੁਕਮ ਜਾਰੀ ਕਰ ਦਿੱਤਾ ਵੀ ਪਕੜ ਕੇ ਲਿਆਇਆ ਜਾਵੇ। 22 ਮਈ ਨੂੰ ਹੁਕਮ ਜਾਰੀ ਕੀਤਾ, 25 ਮਈ ਨੂੰ ਪੰਜਵੇਂ ਗੁਰਦੇਵ ਨੂੰ ਕੈਦ ਕੀਤਾ ਗਿਆ, 26 ਤੇ 27 ਮਈ ਨੂੰ ਸਨ 1606 ਨੂੰ ਭੁੱਖੇ ਪਾਣੀ ਰੱਖਿਆ ਗਿਆ। ਅਖੀਰ 28 ਤਰੀਕ ਆਈ ਹੈ। ਮੁਸਲਮਾਨ ਧਰਮ ਦਾ ਕਾਨੂੰਨ ਹੈ, ਜਿਹਨੂੰ ਯਾਸ਼ਾ ਕਾਨੂੰਨ ਕਿਹਾ ਜਾਂਦਾ ਹੈ, ਜਿਹਨੂੰ ਬਾਬਾ ਯਾਸ਼ਾ ਕਾਨੂੰਨ ਵੀ ਕਿਹਾ ਜਾਂਦਾ ਹੈ। ਇਹ ਚੰਗੇਜ਼ ਖਾਨ ਦਾ ਆਰੰਭ ਕੀਤਾ ਸੀ। ਜਿਹੜਾ ਚੰਗੇਜ਼ ਖਾਨ ਸੀ ਇਹ ਅਕਬਰ ਦੇ ਦਾਦੇ ਬਾਬਰ ਤੇ ਬਾਬਰ ਦੇ ਦਾਦੇ ਚੰਗੇਜ਼ ਖਾਨ ਦਾ ਸੀ। ਪਹਿਲੋਂ ਚੰਗੇਜ਼ ਖਾਨ, ਫਿਰ ਤੈਮੂਰ, ਫਿਰ ਬਾਬਰ, ਫਿਰ ਹਮਾਯੂ, ਫਿਰ ਅਕਬਰ, ਫਿਰ ਜਹਾਂਗੀਰ, ਇਹਨਾਂ ਦੀ ਕੁੱਲ ਵਿੱਚੋਂ ਸੀ। ਇਹਨੇ ਕਾਨੂੰਨ ਬਣਾਇਆ, ਤੇ ਕਾਨੂੰਨ ਦੇ ਵਿੱਚ ਕੀ ਸੀ ਵੀ ਕਿਸੇ ਵੀ ਧਾਰਮਿਕ ਮਨੁੱਖ ਦਾ ਖੂਨ ਹੇਠਾਂ ਨਹੀਂ ਡਿੱਗਣਾ ਚਾਹੀਦਾ, ਵੀ ਜੇ ਹੇਠਾਂ ਡਿੱਗ ਪਿਆ ਤੇ ਇੰਨੇ ਹੀ ਧਾਰਮਿਕ ਮਨੁੱਖ ਹੋਰ ਪੈਦਾ ਹੋ ਸਕਦੇ ਨੇ। ਇਸੇ ਕਾਨੂੰਨ ਦੇ ਅਧੀਨ ਇਹਨੇ ਸ਼ਹੀਦੀ ਕਰਨ ਦਾ ਫੈਸਲਾ ਬਣਾ ਲਿਆ। 28 ਮਈ ਵਾਹਿਗੁਰੂ 28 ਮਈ ਨੂੰ ਪੰਜਵੇਂ ਗੁਰੂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ, ਕਿਉਂਕਿ ਸੁਭਾਵਿਕ ਗੱਲ ਹੈ ਵੀ ਜਦੋਂ ਦੇਗ ਦੇ ਵਿੱਚ ਉਬਾਲਿਆ ਜਾਏਗਾ ਪ੍ਰਾਣੀ ਕੜੇਗਾ ਤੇ ਖੂਨ ਸੁੱਕੇਗਾ, ਖੂਨ ਬਾਹਰ ਤੇ ਆ ਨਹੀਂ ਸਕਦਾ। 28 ਮਈ ਨੂੰ ਦੇਗ ਵਿੱਚ ਬਾਲਿਆ ਗਿਆ। ਉਹ ਕੈਸਾ ਸਮਾਂ ਹੋਏਗਾ, ਉਹ ਕੈਸੀ ਘੜੀ ਹੋਵੇਗੀ। ਤੁਸੀਂ ਆਪ ਗ੍ਰਸਥ ਜੀਵਨ ਵਾਲੇ ਹੋ, ਵੀ ਅਸੀਂ ਗਰਮ ਪਾਣੀ ਵਿੱਚ ਕੋਈ ਵੀ ਵਸਤੂ ਉਬਾਲੀਏ, ਸਬਜ਼ੀਆਂ ਉਬਾਲੀਏ, ਵੀ ਜਦੋਂ ਜ਼ਿਆਦਾ ਉਬਾਲੀਆਂ ਜਾਣ, ਜ਼ਿਆਦਾ ਹੀਟ ਤੇ ਆਪਾਂ ਕਰ ਦਈਏ, ਵੀ ਜੇ ਆਪਾਂ ਆਲੂ ਹੀ ਜ਼ਿਆਦਾ ਉਬਾਲ ਲਈਏ, ਤੁਹਾਨੂੰ ਪਤਾ ਹੈ ਵੀ ਜਿਹੜਾ ਆਲੂ ਹੈ ਸਾਰਾ ਖਿੰਡ ਮਿੰਡ ਜਾਂਦਾ। ਪਹਿਲੋਂ ਦੇਗ ਦੇ ਵਿੱਚ ਉਬਾਲਿਆ ਗਿਆ, ਹੱਡੀਆਂ ਦੇ ਨਾਲੋਂ ਮਾਸ ਉਸੇ ਵਕਤ ਅਲੱਗ ਹੋ ਚੁੱਕਿਆ ਸੀ, ਲੇਕਿਨ ਅਜੇ ਵੀ ਟਿਕਾਵ ਦੇ ਵਿੱਚ ਸਨ, ਅਜੇ ਵੀ ਸਵਾਸ ਚੱਲ ਰਹੇ ਸਨ। ਅਗਲਾ ਦਿਨ ਆਇਆ 29 ਮਈ ਦਾ, ਤੱਤੀ ਤਵੀ ਤੇ ਬਿਠਾਇਆ ਗਿਆ। ਖੂਨ ਤੇ ਪਹਿਲਾਂ ਹੀ ਸੁੱਕ ਚੁੱਕਿਆ ਸੀ, ਹੱਡੀਆਂ ਨੂੰ ਮਾਸ ਛੱਡ ਚੁੱਕਿਆ ਸੀ। ਸਾਈਂ ਮੀਆਂ ਮੀਰ ਵੀ ਉਸੇ ਵਕਤ ਉੱਥੇ ਮੌਜੂਦ ਸਨ, ਤੇ ਸਾਈਂ ਜੀ ਨੇ ਬੋਲ ਕੇ ਕਹਿਣ ਲੱਗੇ, ਪਾਤਸ਼ਾਹ ਵੀ ਜੇ ਤੁਸੀਂ ਕਹੋ ਤੇ ਮੈਂ ਦਰਬਾਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ। ਤੇ ਪਾਤਸ਼ਾਹ ਕਹਿਣ ਲੱਗੇ, ਸਾਈਂ ਜੀ ਇੱਟ ਖੜਕਾਣੀ ਕਿਉਂ ਹੈ? ਸਭ ਕੋ ਮੀਤ ਹਮ ਆਪਨ ਕੀਨਾ, ਵੀ ਸਾਡਾ ਦੁਸ਼ਮਣ ਇੱਥੇ ਹੈ ਕੌਣ? ਤੇ ਦੂਜੀ ਗੱਲ ਕੀ ਸਾਈਂ ਜੀ ਨੇ, ਪਾਤਸ਼ਾਹ ਦਰਦ ਨਹੀਂ ਹੋ ਰਿਹਾ। ਪਹਿਲੋਂ ਦੇਗ ਵਿੱਚ ਉਬਾਲਿਆ ਗਿਆ, ਹੁਣ ਤੱਤੀ ਤਵੀ ਤੇ ਬਿਠਾਇਆ ਗਿਆ, ਉੱਤੇ ਰੇਤਾ ਪਾਇਆ ਜਾ ਰਿਹਾ, ਦਰਦ ਨਹੀਂ ਹੋ ਰਿਹਾ। ਦਤਾਰ ਪਿਤਾ ਨੇ ਇਹ ਬਚਨ ਕੀਤੇ, ਤੇਰਾ ਕੀਆ ਮਿੱਠਾ ਲਾਗਾ, ਜੋ ਗੁਰ ਕਹੈ ਸੋਈ ਪਲ ਮਾਨਾ, ਹਰ ਹਰ ਕਥਾ ਨਿਰਾਲੇ, ਵੀ ਜੋ ਪਰਮਾਤਮਾ ਦਾ ਹੁਕਮ ਖਿੜੇ ਮੱਥੇ ਪ੍ਰਵਾਨ। ਅਖੀਰ ਤੱਤੀ ਤਵੀ ਤੇ ਬਿਠਾਇਆ ਗਿਆ, ਫਿਰ ਉੱਤੋਂ ਗਰਮ ਰੇਤਾ ਪਾਇਆ ਗਿਆ, ਵੀ ਤਾਂ ਕਿ ਸਰੀਰ ਦੀ ਇੱਕ ਵੀ ਬੂੰਦ ਧਰਤੀ ਤੇ ਨਾ ਡਿੱਗੇ, ਤੇ ਜੇ ਡਿੱਗ ਪਈ ਇੰਨੇ ਪ੍ਰਾਣੀ ਹੋਰ ਤਿਆਰ ਹੋ ਸਕਦੇ ਨੇ। ਜਦੋਂ ਤੱਤੀ ਤਵੀ ਤੇ ਰੇਤਾ ਪਾਇਆ ਗਿਆ, ਸਵਾਸ ਉਸੇ ਵਕਤ ਨਿਕਲ ਚੁੱਕੇ ਸਨ, ਲੇਕਿਨ ਫਿਰ ਵੀ ਪੰਚਮ ਪਾਤਸ਼ਾਹ ਦੇ ਸਰੀਰ ਸਿੱਖਾਂ ਦੇ ਕੋਲ ਨਾ ਪਹੁੰਚਣ, ਇਸੇ ਕਾਰਨ ਕਰਕੇ ਪੰਜਵੇਂ ਗੁਰਦੇਵ ਦੇ ਸਰੀਰ ਨੂੰ ਰਾਵੀ ਦਰਿਆ ਦੇ ਵਿੱਚ ਬਹਾ ਦਿੱਤਾ ਗਿਆ। ਇਸ ਤਰੀਕੇ ਦੇ ਨਾਲ
ਸਨ 1606 29 ਮਈ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋ ਗਏ, ਜੋਤੀ ਜੋ ਸਮਾ ਗਏ। ਮੈਂ ਅਖੀਰ 'ਚ ਇੱਕੋ ਬੇਨਤੀ ਕਰਨੀ ਹੈ, ਜਿਨਕੇ ਪੁਰਬ ਮਨਾਤੇ ਹੋ ਤਿਨਕੀ ਬਾਤ ਵੀ ਮਾਨਾ ਕੀਜੀਏ। ਇਹ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਨ ਜਿਨ੍ਹਾਂ ਨੇ ਸੱਕੀ ਸਰਵਰੀਏ, ਜਿਨ੍ਹਾਂ ਦਾ ਕੇਂਦਰ ਮੰਨਿਆ ਜਾਂਦਾ ਸੀ ਮਾਝੇ ਦਾ ਇਲਾਕਾ, ਤਰਨ ਤਾਰਨ ਦਾ ਇਲਾਕਾ। ਉੱਥੇ ਭਾਈ ਮੰਝ ਨੂੰ ਸਿੱਖ ਬਣਾ ਕੇ ਇੱਕੋ ਗੱਲ ਕਹੀ, ਭਾਈ ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਣੀ। ਮੈਂ ਪਹਿਲੋਂ ਬੇਨਤੀ ਕਰ ਆਇਆ ਵਾਂ, ਜਿਹੜੇ ਸੱਕੀ ਸਰਵਰੀਆਂ ਨੇ ਸ਼ਹੀਦ ਕਰਵਾਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਅੱਜ ਅਸੀਂ ਉਹੀ ਲਾਲਾਂ ਵਾਲੇ ਪੀਰ, ਬਾਕੀ ਪੀਰ ਜਿਹੜਾ ਆ ਨਿਗਾਹੇ ਵਾਲਾ ਪੀਰ, ਆ ਸ਼ੇਖ ਫੱਤੇ ਵਾਲਾ ਜਿੱਥੇ ਆਪਾਂ ਖੀਰ ਚੜਾਉਂਦੇ ਆ, ਸਭ ਤੋਂ ਵੱਡਾ ਕਾਰਨ ਇਹ ਸੀ ਕਿਉਂਕਿ ਇਹਨਾਂ ਨੇ ਹੀ ਕਿਹਾ ਸੀ ਵੀ ਇਸਲਾਮ ਪੂਰਾ ਹਿੰਦੁਸਤਾਨ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਉਣਾ ਹੈ। ਸਭ ਤੋਂ ਵੱਡਾ ਕਾਰਨ ਇਹ ਸੀ ਵੀ ਜਿਨ੍ਹਾਂ ਨੇ ਸ਼ਹੀਦ ਕਰਵਾਇਆ। ਕਮਾਲ ਦੀ ਗੱਲ ਹੋ ਗਈ ਹੈ ਵੀ ਮੈਨੂੰ ਗੱਲ ਇਹ ਕਹਿਣ ਦਿਆ ਜੇ ਵੀ ਅੱਜ ਵੀ ਅਸੀਂ ਉਹਨਾਂ ਢੇਰੀਆਂ ਤੇ ਜਾ ਕੇ ਖੀਰ ਵੀ ਚੜਾਉਂਦੇ ਆ ਤੇ ਵੀਰਵਾਰ ਵਾਲੇ ਦਿਨ ਜਾ ਕੇ ਦੀਵਾ ਵੀ ਜਗਾਉਂਦੇ ਆ। ਸੋ ਮੇਰੀ ਬੇਨਤੀਆਂ ਨੇ ਵੀ ਜਿਨਕੇ ਪੁਰਬ ਮਨਾਤੇ ਹੋ ਤਿਨਕੀ ਬਾਤ ਹੀ ਮਾਨਾ ਕੀਜੀਏ, ਵੀ ਇਹਨਾਂ ਵਹਿਮਾਂ ਭਰਮਾਂ ਤੋਂ ਦੂਰ ਹੋ ਕੇ ਪੰਚਮ ਗੁਰਦੇਵ ਦੇ ਪਾਤਸ਼ਾਹ ਤੇ ਲੜ ਲੱਗੀਏ, ਬਾਣੀ ਪੜ੍ਹੀਏ, ਬਾਣੀ ਵਿਚਾਰੀਏ ਤੇ ਆਪਣੇ ਜੀਵਨ ਨੂੰ ਟਿਕਾਈਏ। ਇੰਨੀ ਬੇਨਤੀਆਂ ਦਾਸ ਕਰਦਾ ਖਿਮਾ ਦਾ ਜਾਚਕ ਹੈ ਬਾਬਾ ਸੁੱਖਾ ਜੀ ਦਾ ਧੰਨਵਾਦ, ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ, ਆਪ ਸਮੂਹ ਸੰਗਤਾਂ ਦਾ ਧੰਨਵਾਦ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਇੰਨੀ ਬੇਨਤੀਆਂ ਕਰਦਾ ਦਾਸ, ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਗੁਰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।